ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜੁਨ ਗੁਰੂ ਵਰ ਸ਼੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨੇ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ ਸਤਿਗੁਰ ਮਮ ਬੇਰੀ ਕਟਹੁ। ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਵ ਸੁਫਲ। ਬਿਨ ਬੇਰੀ ਕਰ ਪਾਰ ਸਤਿਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸ੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ। ਕਹੇ ਮਹਿਮਾ ਤਬ ਲੋ ਨਿਜ ਆਏ। ਜਾਚਿਤ ਭਏ ਦਰਬ ਸਮੁਦਾਏ। ਨਿਕਸ ਗੁਰੂ ਜਬ ਬਾਹਰ ਬੈਸੇ। ਦੀਨਸ ਧਨ ਲੈ ਆਨੰਦ ਜੈਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਤਖਤ ਚਾਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਸਤਿਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਚੋਲਾ ਸਾਹਿਬ ਵਿਖੇ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਰਬੱਤ ਮਾਈ ਭਾਈ ਵਡਭਾਗੀ ਹੋ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪ ਸਿੱਖ ਸੰਗਤਾਂ ਸਰਵਣ ਕਰਦੇ ਹੋ। ਕੱਲ੍ਹ ਦੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਾਂਛੀ ਦੇ ਵਿੱਚ ਸਤਿਗੁਰੂ ਜੀ ਪਹੁੰਚੇ। ਸਿੱਖ ਸੰਗਤਾਂ ਮਿਲਣ ਵਾਸਤੇ ਗਈਆਂ। ਗੰਗਾ ਨਦੀ ਪਾਰ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਸਿੱਖਾਂ ਨੇ ਜਾ ਕੇ ਮਿਲਣਾ ਕੀਤਾ। ਉੱਥੇ ਸਤਿਗੁਰੂ ਸਾਹਿਬ ਜੀ ਨੇ ਉਤਾਰਾ ਕੀਤਾ। ਸਤਿਗੁਰੂ ਜੀ ਦੇ ਵਾਸਤੇ ਸੁੰਦਰ ਪਲੰਘ ਲਾਇਆ ਗਿਆ, ਸੁੰਦਰ ਵਿਛਾਈ ਉਸ ਉੱਪਰ ਕਰਨਾ ਕੀਤੀ ਔਰ ਭੋਜਨ ਪਦਾਰਥ ਸਤਿਗੁਰੂ ਸਾਹਿਬ ਜੀ ਦੇ ਵਾਸਤੇ, ਸਿੱਖਾਂ ਦੇ ਵਾਸਤੇ, ਮਾਤਾਵਾਂ ਦੇ ਵਾਸਤੇ ਤਿਆਰ ਕੀਤਾ। ਸਾਰਿਆਂ ਨੇ ਪ੍ਰਸ਼ਾਦਾ ਛਕਿਆ, ਸੁੱਖ ਦੇ ਸਹਿਤ ਬਿਰਾਜਮਾਨ ਹੋਏ, ਰਾਤ ਬਤੀਤ ਕਰਨਾ ਕੀਤੀ। ਸਵੇਰ ਹੋਈ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉੱਠੇ, ਸੌ ਚਾਦਕ ਦੀ ਕਿਰਿਆ ਕੀਤੀ ਔਰ ਗੰਗਾ ਨਦੀ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਗਏ। ਇਸ਼ਨਾਨ ਕੀਤਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਜਿੰਨੇ ਇੱਥੇ ਬ੍ਰਾਹਮਣ ਸਨ ਕਾਂਛੀ ਦੇ ਵਿੱਚ, ਇਹ ਵੀ ਆਏ ਸਤਿਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ। ਗੁਰੂ ਸਾਹਿਬ ਜੀ ਨੇ ਬਾਹਰ ਨਿਕਲਣਾ ਕੀਤਾ ਨਦੀ 'ਚੋਂ ਅਤੇ ਸਤਿਗੁਰੂ ਜੀ ਨੂੰ ਮਿਲੇ, ਨਮਸਕਾਰ ਕੀਤੀ ਅਤੇ ਕਹਿਣ ਲੱਗੇ ਆਪ ਜੀ ਦੇ ਪਿਤਾ ਗੁਰਦੇਵ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਆਏ। ਉਹਨਾਂ ਨੇ ਸਾਨੂੰ ਪੁਰੋਹਿਤ ਬਣਾਇਆ। ਅਸੀਂ ਤਾਂ ਉਡੀਕਦੇ ਰਹਿੰਦੇ ਹਾਂ ਕਦੋਂ ਕੋਈ ਸੋਢੀਆਂ ਦੀ ਬੰਸ ਵਿੱਚੋਂ ਇੱਥੇ ਆਵੇ ਔਰ ਸਾਨੂੰ ਕੁਝ ਨਾ ਕੁਝ ਦੇ ਕੇ ਜਾਵੇ, ਤਾਂ ਸਾਨੂੰ ਕਿਸੇ ਹੋਰ ਕੋਲੋਂ ਕੁਝ ਮੰਗਣਾ ਨਾ ਪਵੇ। ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ ਤੁਹਾਡਾ ਘਰ। ਕਿਸੇ ਪ੍ਰਕਾਰ ਦੀ ਇੱਥੇ ਕਿਸੇ ਵਸਤੂ ਦੀ ਕੋਈ ਕਮੀ ਨਹੀਂ ਅਤੇ ਸਾਨੂੰ ਵੀ ਦਾਨ ਦੇਣਾ ਕਰੋ। ਸੁਣ ਕਰਕੇ ਕਲਗੀਧਰ ਸਾਹਿਬ ਜੀ ਕਹਿੰਦੇ ਵੀ ਕੀ ਚਾਹੀਦਾ ਤੁਹਾਨੂੰ? ਇਹ ਗੁਰੂ ਨਾਨਕ ਦਾ ਘਰ, ਕਿਸੇ ਵਸਤੂ ਦੀ ਕਮੀ ਨਹੀਂ, ਜੋ ਚਾਹੀਦਾ ਮੰਗੋ ਉਹੋ ਹੀ ਦੇ ਦਿਆਂਗੇ। ਇਹਨਾਂ ਨੇ ਬਹੁਤਾ ਲਾਲਚ ਕੀਤਾ ਅਤੇ ਕਹਿਣ ਲੱਗੇ ਜੀ ਸਰਬੰਸ ਹੀ ਦੇ ਦਿਓ। ਅਤੇ ਕਲਗੀਧਰ ਸਾਹਿਬ ਜੀ ਨੇ ਸਭ ਕੁਛ ਇਹਨਾਂ ਨੂੰ ਦੇ ਦੇਣਾ ਕੀਤਾ। ਬੜਾ ਖੁਸ਼ ਹੋਏ, ਜਸ ਕਰਦੇ, ਵਡਿਆਈ ਕਰਦੇ ਹੋਏ ਸਾਰਾ ਸਾਜੋ ਸਮਾਨ ਘਰਾਂ ਨੂੰ ਲੈ ਗਏ। ਸਿੱਖ ਸੰਗਤਾਂ ਨੂੰ ਪਤਾ ਲੱਗਾ ਗੁਰੂ ਸਾਹਿਬ ਜੀ ਦੇ ਵਾਸਤੇ ਨਵੇਂ ਬਸਤਰ, ਨਵਾਂ ਸਾਜੋ ਸਮਾਨ ਜਿਹੜਾ ਉਹ ਤਿਆਰ ਕੀਤਾ ਗਿਆ ਔਰ ਸੁੰਦਰ ਸਵਾਰੀਆਂ ਸਤਿਗੁਰੂ ਜੀ ਦੇ ਵਾਸਤੇ, ਪਾਲਕੀਆਂ, ਡੋਲੇ, ਇਸ ਤੋਂ ਆਦਿਕ ਰਥ ਜਿਹੜੇ ਇਹ ਤਿਆਰ ਕਰਵਾਏ ਗੁਰੂ ਕੀਆਂ ਸੰਗਤਾਂ ਨੇ। ਔਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਚੱਲੇ ਨੇ, ਆਪਣੇ ਆਸਣ 'ਤੇ ਆਏ। ਸਿੱਖ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਦੀਆਂ ਹੈ। ਇੱਥੇ ਦੇ ਕੁਝ ਦਿਨ ਰਹਿੰਦਿਆਂ ਬਤੀਤ ਹੋਏ ਅਤੇ ਜੌਨਪੁਰੇ ਦੀ ਸੰਗਤ ਆਈ ਗੁਰੂ ਕਲਗੀਧਰ ਸਾਹਿਬ ਜੀ ਦੇ ਕੋਲ। ਸਤਿਗੁਰੂ ਜੀ ਦਾ ਦਰਸ਼ਨ ਕਰਨ ਵਾਸਤੇ ਸੰਗਤਾਂ ਆਈਆਂ। ਬਹੁਤੀ ਮਾਇਆ ਭੇਟਾ ਉਹਨਾਂ ਨੇ ਸਤਿਗੁਰੂ ਜੀ ਦੇ ਅੱਗੇ ਅਰਪਣ ਕੀਤੀ। ਗੁਰੂ ਸਾਹਿਬ ਜੀ ਦਾ ਦਰਸ਼ਨ ਦੀਦਾਰ ਕੀਤਾ, ਬੜਾ ਖੁਸ਼ ਹੋਏ, ਬੜਾ ਪ੍ਰਸੰਨ ਹੋਏ ਸਾਰੇ ਸਿੱਖ।
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਭੇਟਾ ਰੱਖ ਕੇ ਗੁਰੂ ਸਾਹਿਬ ਜੀ ਦੇ ਕੋਲ ਅਰਦਾਸਾਂ ਕਰਦੇ। ਸਤਿਗੁਰੂ ਜੀ ਇਹਨਾਂ ਦੇ ਮਨ ਦੀਆਂ ਕਾਮਨਾਵਾਂ ਪੂਰਨ ਕਰਦੇ ਨੇ ਔਰ ਉਸ ਮਾਇਆ ਦੇ ਨਾਲ ਹੋਰ ਵੀ ਜੋ ਸਾਜੋ ਸਮਾਨ ਚਾਹੀਦਾ ਸੀ ਉਹ ਵੀ ਬਣਵਾਉਣਾ ਕੀਤਾ। ਇਸ ਤਰ੍ਹਾਂ ਫਿਰ ਸਤਿਗੁਰੂ ਸਾਹਿਬ ਜੀ ਇੱਥੇ ਰਹੇ ਕੁਝ ਸਮਾਂ, ਫਿਰ ਨਦੀ ਪਾਰ ਕਰਕੇ ਅੱਗੇ ਗਏ ਔਰ ਨਗਰ ਦੀਆਂ ਗਲੀਆਂ ਵਿੱਚ ਜਾ ਰਹੇ ਨੇ। ਬਹੁਤੇ ਸਿੱਖ ਸਤਿਗੁਰੂ ਜੀ ਦਾ ਦਰਸ਼ਨ ਕਰਨ ਵਾਸਤੇ ਇਕੱਤਰ ਹੋਏ। ਬਹੁਤ ਸਾਰੀਆਂ ਸੰਗਤਾਂ ਇਸਤਰੀਆਂ ਜਿਹੜੀਆਂ ਨੇ ਉਹ ਕੋਠਿਆਂ 'ਤੇ ਚੜ੍ਹੀਆਂ, ਕੋਈ ਅਟਾਰੀਆਂ 'ਤੇ ਚੜ੍ਹੀਆਂ, ਉੱਥੋਂ ਸਤਿਗੁਰੂ ਸਾਹਿਬ ਜੀ ਦਾ ਦਰਸ਼ਨ ਕਰਦੇ ਪਏ। ਬਹੁਤੀ ਭੀੜ ਹੈ ਸੰਗਤਾਂ ਦੀ। ਇਸ ਤਰ੍ਹਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਇੱਥੋਂ ਚੱਲੇ ਨੇ ਔਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਚਲਦੇ ਚਲਦੇ ਇੱਥੋਂ ਅੱਗੇ ਡੇਰਾ ਕਰਨਾ ਕੀਤਾ ਔਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਪੜਾਅ ਕਰਦੇ ਹੋਏ ਜਾਂਦੇ ਨੇ ਅਤੇ ਕਾਂਚੀ ਦੇ ਵਿੱਚ ਹੀ ਇੱਕ ਘਟਨਾ ਵਾਪਰੀ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੋਇਆ ਅਤੇ ਬਹੁਤੇ ਬਾਂਦਰ ਆ ਗਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਦਾ ਤਮਾਸ਼ਾ ਵੇਖਣ ਵਾਸਤੇ ਪਹਿਲਾਂ ਸਤਿਗੁਰੂ ਸਾਹਿਬ ਜੀ ਨੇ ਛੋਲੇ ਸੁਟਾਏ, ਉਹ ਫੜਦੇ ਪਏ ਨੇ। ਜਿਹੜੇ ਬਹੁਤੇ ਬਲੀ ਸਨ ਉਹ ਵੱਧ ਕੇ ਅੱਗੇ ਹੋ ਕੇ ਖੋਹ ਲੈਂਦੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁੜ ਮੰਗਾਇਆ ਅਤੇ ਉਹ ਸੁੱਟਿਆ। ਜਦੋਂ ਉਹ ਸੁੱਟਿਆ, ਜਿਹੜੇ ਬਹੁਤੇ ਤਗੜੇ ਬਾਂਦਰ ਸਨ ਉਹ ਅੱਗੇ ਹੁੰਦੇ ਨੇ, ਦੂਜਿਆਂ ਦੇ ਕੋਲੋਂ ਖੋਹ ਕੇ ਖਾਈ ਜਾਂਦੇ ਹਨ। ਉਹ ਧੱਕੇ ਦੇ ਨਾਲ ਹੀ, ਆਪਣੇ ਬਲ ਦਾ ਪ੍ਰਯੋਗ ਕਰਕੇ ਨਾ ਧੱਕੇ ਦੇ ਨਾਲ ਹੀ ਖੋਈ ਜਾਂਦੇ ਨੇ। ਇਸ ਤਰ੍ਹਾਂ ਚੀਕਾਂ ਮਾਰਦੇ ਨੇ, ਲੜਦੇ ਨੇ, ਨੌਂਦਰਾਂ ਮਾਰਦੇ ਨੇ, ਦੰਦੀਆਂ ਵੱਢਦੇ ਨੇ। ਕਈਆਂ ਦੇ ਤੇ ਮਾਸ ਫਟ ਗਏ, ਖੂਨ ਨਿਕਲਣ ਲੱਗ ਪਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਇਹ ਤਮਾਸ਼ਾ ਵੇਖਦੇ ਨੇ। ਕੋਈ ਖੋਹ ਕੇ ਭੱਜਦਾ ਹੈ, ਕੋਈ ਕਿਸੇ ਦੇ ਕੋਲੋਂ ਖੋਹ ਕੇ ਖਾਂਦਾ। ਇਸ ਤਰ੍ਹਾਂ ਉਹ ਬਾਂਦਰ ਜਿਹੜੇ ਹਨ ਆਪਸ ਵਿੱਚ ਲੜਦੇ ਪਏ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਵੇਖ ਕੇ ਮੁਸਕਰਾਉਂਦੇ ਨੇ। ਮਾਮਾ ਕਿਰਪਾਲ ਚੰਦ ਜੀ ਲਾਗੇ ਖਲੋਤੇ ਅਤੇ ਇਸ ਤਰ੍ਹਾਂ ਕਹਿੰਦੇ ਆ, ਵੇਖੋ ਤਮਾਸ਼ਾ ਇਹਨਾਂ ਦਾ। 2 ਘਟਕਾ 2 ਘੜੀਆਂ ਤੱਕ ਸਤਿਗੁਰੂ ਜੀ ਇਹਨਾਂ ਨਾਲ ਪਰਚੇ ਰਹੇ। ਉਹਨਾਂ ਫਿਰ ਜਥਾਜੋਗ ਸੰਗਤਾਂ ਦੇ ਨਾਲ ਸਤਿਗੁਰੂ ਜੀ ਕਿਰਪਾ ਕਰਕੇ ਬੋਲੇ, ਬਚਨ ਬਿਲਾਸ ਕੀਤੇ। ਸੰਧਿਆ ਹੋਈ, ਭੋਜਨ ਛਕਿਆ। ਲਾਂਗਰੀ ਸਿੰਘ ਜਿਹੜਾ ਸੀ ਉਹ ਥਾਲ ਦੇ ਵਿੱਚ ਭੋਜਨ ਪਰੋਸ ਕੇ ਲੈ ਕੇ ਆਇਆ। ਸਤਿਗੁਰੂ ਸਾਹਿਬ ਜੀ ਨੇ ਛਕਿਆ ਅਤੇ ਪ੍ਰਸੰਨ ਹੋਏ। ਰਾਤ ਬਤੀਤ ਹੋਈ, ਜਥਾ ਸੁਖ ਸੁੱਤੇ ਨੇ। ਪਹਿਰੇਦਾਰ ਜਿਹੜੇ ਹਨ ਉਹ ਪਹਿਰੇ 'ਤੇ ਖਲੋਤੇ ਹੋਏ ਸਾਰੀਆਂ ਵਸਤੂਆਂ ਦੀ ਚੁਕਸਾਈ ਰੱਖਦੇ ਨੇ। ਇਸੇ ਤਰ੍ਹਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ, ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਤਿਆਰੀ ਕੀਤੀ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੋਂ ਚੱਲ ਪਏ। ਚਲਦਿਆਂ ਚਲਦਿਆਂ ਰਸਤਾ ਲੰਘ ਗਏ ਅਤੇ ਹਰਿਦੁਆਰ, ਜਿਹਨੂੰ ਦੇਵ ਭੂਮੀ ਕਿਹਾ ਜਾਂਦਾ, ਇਸ ਸਥਾਨ 'ਤੇ ਪਹੁੰਚੇ। ਇੱਥੋਂ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਯਾਪੁਰੀ ਦੇ ਵਿੱਚ ਜਾਣਾ ਕੀਤਾ। ਉੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਡੇਰਾ ਲਾਇਆ। ਸੁਣ ਕੇ ਸਤਿਗੁਰੂ ਜੀ ਦੇ ਆਉਣ ਦੀ ਖਬਰ ਸੁਣ ਕੇ ਗੁਰੂ ਕੇ ਸਿੱਖ ਦਰਸ਼ਨ ਕਰਨ ਵਾਸਤੇ ਆਉਂਦੇ ਹਨ। ਜਥਾ ਸ਼ਬਦ ਆਣ ਕੇ ਭੇਟਾ ਸਤਿਗੁਰੂ ਸਾਹਿਬ ਜੀ ਨੂੰ ਚੜ੍ਹਾਉਂਦੇ ਨੇ, ਅਰਪਣ ਕਰਦੇ ਨੇ। ਹੋਰ ਵੀ ਜਿਹੜੀ ਸੇਵਾ ਸੀ ਗੁਰੂ ਕੇ ਸਿੱਖਾਂ ਨੇ ਸੰਭਾਲ ਲੈਣਾ ਕੀਤੀ। ਬਹੁਤ ਸਾਰੇ ਲੋਕ ਜਿਹੜੇ ਨੇ
ਸਤਿਗੁਰੂ ਜੀ ਦੇ ਕੋਲ ਆਉਂਦੇ ਦਰਸ਼ਨ ਕਰਦੇ ਨੇ। ਰਾਤ ਦੇ ਸਮੇਂ ਸਤਿਗੁਰੂ ਜੀ ਨੇ ਵਿਸ਼ਰਾਮ ਕਰਨਾ ਕੀਤਾ। ਸਵੇਰ ਹੋਈ ਤੇ ਸਤਿਗੁਰੂ ਜੀ ਉੱਠੇ, ਸ਼ੌਚ ਆਦਿਕ ਦੀ ਕਿਰਿਆ ਕੀਤੀ ਤੇ ਸਤਿਗੁਰੂ ਸਾਹਿਬ ਜੀ ਨੇ ਗੰਗਾ ਨਦੀ ਦੇ ਜਲ ਦੇ ਨਾਲ ਇਸ਼ਨਾਨ ਜਿਹੜਾ ਹੈ ਉਹ ਕਰਨਾ ਕੀਤਾ। ਐਸੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਪਾਪ ਨਾਸ ਹੋ ਜਾਂਦੇ ਹਨ। ਇਸ ਤਰ੍ਹਾਂ ਸਤਿਗੁਰੂ ਜੀ ਇਹ ਕੌਤਕ ਵਰਤਾਉਂਦੇ ਪਏ ਹਰਿਦੁਆਰ ਦੀ ਧਰਤੀ 'ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ। ਇੱਥੋਂ ਤੱਕ ਕਿ ਕੱਲ੍ਹ ਦੀ ਕਥਾ 'ਚ ਪ੍ਰਸੰਗ ਆਇਆ ਸੀ। ਇਸ ਤੋਂ ਅੱਗੇ ਜਿਵੇਂ ਅੱਜ ਦੀ ਕਥਾ ਦੇ ਵਿੱਚ ਪ੍ਰਸੰਗ ਆ ਰਿਹਾ, ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਗੁਰੂ ਦਾ ਸਰਵਣ ਕਰਨਾ। ਸਰਬੱਤ ਸੰਗਤਾਂ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿ ਮਹਿਮਾ ਤਬ ਲੋ ਦਿਜ ਆਏ। ਇਸ ਤਰ੍ਹਾਂ ਕਹਿ ਮਹਿਮਾ ਸਤਿਗੁਰੂ ਸਾਹਿਬ ਜੀ ਇਸ਼ਨਾਨ ਕਰਕੇ ਬਾਹਰ ਆਏ। ਇੰਨੇ ਚਿਰ ਨੂੰ ਬ੍ਰਾਹਮਣ ਜਿਹੜੇ ਆ ਗਏ ਹਨ ਉਹ ਮਹਿਮਾ ਦੱਸਦੇ ਹਨ। ਜਾਚਿਤ ਭਏ ਦਰਬ ਸੰਬੰਧਾਏ। ਗੁਰੂ ਸਾਹਿਬ ਜੀ ਦੇ ਕੋਲੋਂ ਮਾਇਆ ਦੀ ਮੰਗ ਉਹਨਾਂ ਨੇ ਕਰਨਾ ਕੀਤੀ ਹੈ। ਨਿਕਸ ਗੁਰੂ ਜਬ ਬਾਹਰ ਬੈਸੇ। ਜਦੋਂ ਸਤਿਗੁਰੂ ਸਾਹਿਬ ਜੀ ਨਦੀ ਵਿੱਚੋਂ ਨਿਕਲ ਕੇ ਬਾਹਰ ਆਣ ਕੇ ਬੈਠੇ ਹਨ। ਦੀਨ ਸਤਨ ਲੈ ਆਨੰਦ ਜੈਸੇ। ਸਤਿਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਮਾਇਆ ਦੇਣਾ ਕੀਤੀ ਜਿਸ ਤਰ੍ਹਾਂ ਇਹ ਖੁਸ਼ ਹੋ ਜਾਣ। ਇਸ ਪ੍ਰਕਾਰ ਦਿਨ ਕਿਤਕ ਬਤਾਏ। ਇਸ ਤਰ੍ਹਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੁਝ ਕੁ ਦਿਨ ਇੱਥੇ ਬਤੀਤ ਕਰਨਾ ਕੀਤੇ ਹਨ। ਕਰਿਓ ਕੂਚ ਪੁੰਨ ਪੰਥ ਸਦਾਏ। ਉਹਨਾਂ ਫਿਰ ਸਤਿਗੁਰੂ ਸਾਹਿਬ ਜੀ ਨੇ ਇੱਥੋਂ ਚਾਲਾ ਪਾ ਦਿੱਤਾ, ਅੱਗੇ ਚੱਲ ਪਏ ਹਨ ਰਸਤੇ ਤੇ। ਦੋਏ ਮਜਲ ਕਰ ਪਹੁੰਚੇ ਤਾਹਾਂ। ਦੋ ਮਜਲਾਂ ਕਰਦੇ ਹੋਏ, ਦੋ ਮਜਲਾਂ ਕਰਕੇ ਸਤਿਗੁਰੂ ਜੀ ਉੱਥੇ ਪਹੁੰਚੇ ਹਨ। ਸੂਰਜ ਸੁਤਾ ਪ੍ਰਵਾਹਤ ਜਹਾਂ। ਜਿੱਥੇ ਸੂਰਜ ਦੀ ਪੁੱਤਰੀ ਜਮਨਾ ਨਦੀ ਜਿਹਨੂੰ ਕਹਿੰਦੇ ਹਨ ਉਹਦਾ ਪ੍ਰਵਾਹ ਚੱਲਦਾ ਹੈ। ਹਰ ਇਸ਼ਨਾਨ ਤਰਨੀ ਚੜ ਚਾਲੇ। ਉਸ ਵੇਲੇ ਇਸ਼ਨਾਨ ਕਰਕੇ ਬੇੜੀ ਵਿੱਚ ਸਵਾਰ ਹੋ ਕੇ ਨਦੀ ਨੂੰ ਪਾਰ ਕਰਨਾ ਕੀਤਾ ਹੈ। ਸ਼ਿਆਮਲ ਜਲ ਅਵਲੋਕ ਬਸਾਲੇ। ਤੇ ਕੀ ਵੇਖਦੇ ਨੇ? ਜਮਨਾ ਦਾ ਜਿਹੜਾ ਜਲ ਹੈ ਸ਼ਿਆਮਲ ਰੰਗ ਦਾ, ਸ਼ਿਆਮਲ ਕਾਲੇ ਰੰਗ ਦਾ ਹੈ। ਔਰ ਸਤਿਗੁਰੂ ਜੀ ਬੇੜੀ ਵਿੱਚ ਬੈਠ ਕੇ ਨਦੀ ਪਾਰ ਕਰਨਾ ਕੀਤੀ ਹੈ। ਜਬ ਉਰਾਰ ਉਤਰੇ ਗੁਰ ਆਏ। ਇਸ ਤਰ੍ਹਾਂ ਸਤਿਗੁਰੂ ਕਲਗੀਧਰ ਸਾਹਿਬ ਜੀ ਜਦੋਂ ਚੱਲਦੇ ਚੱਲਦੇ ਉਰਲੇ ਕੰਢੇ ਤੇ ਆਣ ਪਹੁੰਚੇ ਤੇ ਉਤਰੇ ਨਦੀ ਦੇ ਵਿੱਚ ਬੇੜੀ ਵਿੱਚੋਂ। ਸੰਗੇ ਪਹੁੰਚੇ ਤਬ ਸਮਝਾਏ। ਸਤਿਗੁਰੂ ਸਾਹਿਬ ਜੀ ਦੇ ਸੰਗੀ ਸਾਥੀ ਨਾਲ ਦੇ ਜਿਹੜੇ ਸਨ ਉਹ ਵੀ ਆਣ ਪਹੁੰਚੇ ਹਨ ਜਿਸ ਵਕਤ। ਕੋਈ ਸਵਾਰ ਚੱਲਣ ਜਬ ਲਾਗੇ। ਜਦੋਂ ਫਿਰ ਸਤਿਗੁਰੂ ਸਾਹਿਬ ਜੀ ਅਸਵਾਰ ਹੋਏ, ਅਸਵਾਰ ਹੋ ਕੇ ਤੇ ਚੱਲਣ ਲੱਗੇ ਹਨ। ਪੰਥ ਬਹੀਰ ਪਿਆਨੋ ਆਗੇ। ਅੱਗੇ ਬਹੀਰ ਜਿਹੜਾ ਸੀ ਰਾਹ ਦੇ ਵਿੱਚ ਅੱਗੇ ਚੱਲ ਪਿਆ ਹੈ। ਕਬੇ ਪਿਤਾ ਕੇ ਆਏ ਸੰਦੇਸੇ। ਉਸ ਵੇਲੇ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੁਨੇਹਾ ਆਣ ਮਿਲਿਆ। ਭੇਜੇ ਜਬ ਦਿੱਲੀ ਸੋ ਪਰਵੇਸ਼ੇ। ਜਦੋਂ ਦਿੱਲੀ ਵਿੱਚ ਪ੍ਰਵੇਸ਼ ਹੋਏ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ, ਉਦੋਂ ਇਹਨਾਂ ਨੇ ਸੁਨੇਹੇ ਭੇਜੇ। ਉਹ ਸੁਨੇਹਾ ਕਲਗੀਧਰ ਸਾਹਿਬ ਜੀ ਨੂੰ ਆਣ ਮਿਲਿਆ ਹੈ। ਤੁਮ ਕੋ ਆਵਤ ਲਗੀ ਅਵਾਰੀ। ਕੀ ਦੱਸਣਾ ਕੀਤਾ ਉਸ ਸਿੱਖ ਨੇ? ਸਿੱਖ ਕਹਿੰਦਾ ਵੀ ਸਤਿਗੁਰੂ ਸਾਹਿਬ ਜੀ ਨੇ ਸੁਨੇਹਾ ਭੇਜਿਆ ਵੀ ਤੁਹਾਨੂੰ ਆਉਂਦਿਆਂ ਦੇਰ ਲੱਗ ਗਈ ਹੈ। ਰਹੇ ਪ੍ਰਤੀਖਤ ਕਿਤ ਕੀ ਅਗਾਰੀ। ਅਸੀਂ ਤੇ ਉਡੀਕ ਕਰਦੇ ਰਹੇ ਹਨ, ਕਰਦੇ ਰਹੇ ਕਿਤਨਾ ਚਿਰ ਅੱਗੇ। ਆਮਿਆਬ ਤੁਰਕੇਸ਼ਰ ਸਿਰ ਹੋਏ। ਅਸੀਂ ਹੁਣ ਤੁਰਕੇਸ਼ਰ ਜਿਹੜਾ ਦਿੱਲੀ ਦਾ ਬਾਦਸ਼ਾਹ ਹੈ ਉਹਦੇ ਸਿਰ। ਤਜੇ ਸਰੀਰ ਲਖੇ ਸਭ ਕੋਏ। ਆਪਣਾ ਸਰੀਰ ਜਿਹੜਾ ਉਸ ਨੂੰ ਤਿਆਗਣਾ ਕਰਾਂਗੇ। ਇਹ ਸਾਰਾ ਇਲਜ਼ਾਮ ਬਾਦਸ਼ਾਹ ਦੇ ਸਿਰ ਆਵੇਗਾ।
ਤੇ ਸਾਰੇ ਇਸ ਗੱਲ ਨੂੰ ਜਾਣਨਗੇ। ਨਹੀਂ ਅਨੰਦਪੁਰ ਕਰੋ ਪਿਆਨਾ, ਇਸ ਕਰਕੇ ਹੁਣ ਤੁਸੀਂ ਆਨੰਦਪੁਰ ਨਾ ਜਾਣਾ ਕਰੋ। ਏਕ ਗ੍ਰਾਮ ਲਖਨੌਰ ਸਥਾਨਾ, ਇੱਕ ਨਗਰ ਹੈ ਲਖਨੌਰ, ਉਸ ਦਾ ਨਾਮ ਹੈ। ਕਹੇ ਮਸੰਦ ਜੇਠਾ ਇੱਕ ਬਾਸੇ, ਉਥੇ ਇੱਕ ਮਸੰਦ ਰਹਿੰਦਾ, ਜੇਠਾ ਉਸ ਦਾ ਨਾਮ ਹੈ। ਤੇ ਸੇਵਾ ਸਮੈ ਕਰੋ ਨਿਵਾਸ ਹੈ, ਉਹਦੇ ਘਰ ਦੇ ਵਿੱਚ ਤੁਸੀਂ ਵਾਸਾ ਰੱਖਣਾ ਕੁਝ ਸਮਾਂ। ਪੁਨ ਸ਼ੁਧ ਪਠੇ ਤੁਮਾਰੇ ਪਾਸ, ਉਹਨਾਂ ਫੇਰ ਖਬਰ ਭੇਜਾਂਗੇ ਤੁਹਾਡੇ ਕੋਲ, ਤਾਬੇ ਆਨੰਦਪੁਰ ਕਰੋ ਨਿਵਾਸ। ਤੇ ਤੁਸੀਂ ਫਿਰ ਅੱਗੇ ਜਾ ਕੇ ਆਨੰਦਪੁਰ ਸਾਹਿਬਾਸ ਆਪਣਾ ਵਾਸਾ ਕਰ ਲੈਣਾ ਕਰਿਓ। ਤਾਵਤ ਬਸੋ ਗ੍ਰਾਮ ਤਿਸ ਮਾਹੀ, ਉਹਨਾਂ ਚਿਰ ਤੱਕ ਉਸੇ ਨਗਰ ਦੇ ਵਿੱਚ ਤੁਸੀਂ ਰਹਿਣਾ ਕਰਨਾ। ਅੱਗੇ ਗਮਨ ਕਰੋ ਕਿਮ ਨਾਹੀ, ਕਿਸੇ ਤਰ੍ਹਾਂ ਵੀ ਅੱਗੇ ਨਾ ਜਾਣਾ ਉਥੋਂ। ਸੁਣਤ ਨਾਨਕੀ ਮਨ ਬਿਸਮਾਈ, ਸੁਣ ਕਰਕੇ ਨਾ ਇਹ ਖਬਰ ਮਾਤਾ ਨਾਨਕੀ ਜੀ ਬੜਾ ਹੈਰਾਨ ਹੋਏ ਹਨ। ਗੁਜਰੇ ਦ੍ਰਿਗ ਆਂਸੂ ਢਰ ਆਈ, ਮਾਤਾ ਗੁਜਰੀ ਜੀ ਦੇ ਨੇਤਰਾਂ ਦੇ ਵਿੱਚ ਵੀ ਜਲ ਆ ਗਿਆ ਹੈ। ਸੰਕਟ ਵੱਡ ਪਾਏ ਪਰ ਸਵਾਸਾ, ਉਸ ਵੇਲੇ ਨਾ ਲੰਮਾ ਹੌਕਾ ਭਰਦੇ ਬਹੁਤਾ ਦੁੱਖ ਪ੍ਰਾਪਤ ਹੋਇਆ। ਬਿਨ ਸਿਉ ਤੂਰਨ ਹੁਤੋ ਹਲਾਸਾ, ਔਰ ਛੇਤੀ ਦੇ ਨਾਲ ਹੀ ਇਹ ਜਿਹੜਾ ਹੁਲਾਸ ਖੁਸ਼ੀ ਸੀ ਇਹ ਨਾਸ ਹੋ ਗਈ। ਹੁਣ ਬੂਝਿਓ ਸਿੱਖ ਕਿਵੇਂ ਹੋਵਾ, ਹੁਣ ਫਿਰ ਪੁੱਛਣਾ ਕੀਤਾ ਉਸ ਸਿੱਖ ਨੂੰ ਵੀ ਇਹ ਕਿਵੇਂ ਹੋਇਆ ਸਭ ਕੁਝ। ਕਿਸ ਬਿਦ ਮੈਂ ਸਤਿਗੁਰ ਕੋ ਜੋਆ, ਕਿਸ ਵਿਧੀ ਕਿਹੜੇ ਢੰਗ ਤਰੀਕੇ ਵਿੱਚ ਸਤਿਗੁਰੂ ਜੀ ਨੂੰ ਦੇਖਿਆ ਹੈ। ਸਰਬ ਬਿਰਤਾਂਤ ਸੁਣਾਵੋ ਹਮੈ, ਇਹ ਸਾਰਾ ਬਿਰਤਾਂਤ ਸਾਨੂੰ ਸੁਣਾਉਣਾ ਕਰ। ਦਰਸ਼ਨ ਕਰ ਤਿਆਗੇ ਕੇ ਸਮੈ, ਉਹਨਾਂ ਦਾ ਦਰਸ਼ਨ ਕਰਕੇ ਕਿਹੜੇ ਸਮੇਂ ਤੂੰ ਉਹਨਾਂ ਨੂੰ ਤਿਆਗਣਾ ਕੀਤਾ। ਜੁਗ ਮਾਤਾ ਸੁਤ ਤਿਗ ਹੋਏ ਤਿੰਨੋਂ, ਉਸ ਵੇਲੇ ਦੋਵੇਂ ਮਾਤਾਵਾਂ ਤੇ ਸਤਿਗੁਰੂ ਜੀ ਦੇ ਪੁੱਤਰ ਕਲਗੀਧਰ ਸਾਹਿਬ ਜੀ ਲਾਗੇ ਸਨ ਤਿੰਨੇ। ਸਿੱਖ ਨੇ ਸ਼ੋਰ ਪ੍ਰਸੰਗ ਕਹਿ ਦੇਨਾ, ਸਿੱਖ ਨੇ ਸ਼ੁਰੂ ਤੋਂ ਲੈ ਕੇ ਸਾਰਾ ਪ੍ਰਸੰਗ ਦੱਸ ਦੇਣਾ ਕੀਤਾ ਮਾਤਾਵਾਂ ਨੂੰ। ਜਿਮ ਕਸ਼ਮੀਰ ਵਿਪਰ ਗਾਨ ਆਏ, ਜਿਸ ਤਰ੍ਹਾਂ ਕਸ਼ਮੀਰ ਤੋਂ ਬਹੁਤੇ ਬ੍ਰਾਹਮਣ ਚੱਲ ਕੇ ਆਏ ਫਰਿਆਦ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ। ਆਦੇ ਜਿਮ ਤੁਰਕੇਸ਼ ਪਠਾਏ, ਫਿਰ ਜਿਸ ਤਰ੍ਹਾਂ ਬਾਦਸ਼ਾਹ ਨੇ ਅਹਿਦੀਏ ਭੇਜਣਾ ਕੀਤੇ। ਸੈਫਾਬਾਦ ਚ ਮਾਸਾ ਬਾਸੇ, ਇਸੇ ਤਰ੍ਹਾਂ ਸੈਫਾਬਾਦ ਚੱਲੇ ਸਤਿਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਤੋਂ। ਚਮਾਸੇ ਦੇ ਦਿਨ ਸੈਫਾਬਾਦ ਵਿੱਚ ਕੱਟਣਾ ਕੀਤੇ। ਫੌਜਤ ਫੌਜ ਫਰੀ ਚੌਂ ਪਾਸੇ, ਤੇ ਬਾਦਸ਼ਾਹ ਦੀ ਫੌਜ ਸਤਿਗੁਰੂ ਜੀ ਨੂੰ ਲੱਭਦੀ ਹੋਈ ਚਾਰ ਚਫੇਰੇ ਫਿਰਦੀ ਰਹੀ। ਆਪ ਆਗਰੇ ਕੋ ਪੁਨ ਗਏ, ਉਹਨਾਂ ਫਿਰ ਆਪ ਹੀ ਚੱਲ ਕਰਕੇ ਸਤਿਗੁਰੂ ਜੀ ਆਗਰੇ ਨੂੰ ਗਏ। ਤੁਰਕਨ ਕੇ ਬਸ ਤੇਠਾਂ ਪਏ, ਉੱਥੇ ਤੁਰਕਾਂ ਦੇ ਵਸੀਕਾਰ ਹੋਏ। ਆਪਣੀ ਗ੍ਰਿਫਤਾਰੀ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਦਿੱਲੀ ਤੇ ਵੱਡ ਚਮੂ ਚੜਾਈ, ਫਿਰ ਦਿੱਲੀ ਤੋਂ ਬਹੁਤੀ ਵੱਡੀ ਫੌਜ ਜਿਹੜੀ ਸੀ ਬਾਦਸ਼ਾਹ ਨੇ ਭੇਜਣਾ ਕੀਤੀ। ਅੱਜ ਕੋ ਸੁਚੇਤੀ ਕਰ ਲਿਆਈ, ਬਹੁਤੀ ਸੁਚੇਤ ਹੋ ਕਰਕੇ ਬਹੁਤੀ ਸਾਵਧਾਨੀ ਦੇ ਨਾਲ ਆਗਰੇ ਤੋਂ ਫੌਜ ਗੁਰੂ ਸਾਹਿਬ ਜੀ ਨੂੰ ਦਿੱਲੀ ਲੈ ਆਈ। ਮੁਖ ਪ੍ਰਸੰਨ ਮੁਝ ਸੰਗ ਬਖਾਨਾ, ਜਦੋਂ ਸਤਿਗੁਰੂ ਸਾਹਿਬ ਜੀ ਨੇ ਸਾਰਾ ਮੈਨੂੰ ਹਾਲ ਦੱਸਣਾ ਕੀਤਾ ਨਾ, ਉਦੋਂ ਸਤਿਗੁਰੂ ਜੀ ਦਾ ਮੁਖ ਬੜਾ ਪ੍ਰਸੰਨ ਸੀ। ਮਗ ਮੈਂ ਮਿਲ ਜਾਏ ਕਿਸ ਥਾਨਾ, ਤੇ ਬੜੇ ਪ੍ਰਸੰਨ ਮੁਖ ਦੇ ਨਾਲ ਉਹਨਾਂ ਨੇ ਮੈਨੂੰ ਕਹਿਣਾ ਕੀਤਾ ਵੀ ਤੂੰ ਜਾਣਾ ਕਰ, ਰਸਤੇ ਵਿੱਚ ਕਿਸੇ ਨਾ ਕਿਸੇ ਸਥਾਨ ਤੇ ਮਿਲ ਪਈ ਪਰਿਵਾਰ ਨੂੰ। ਨਹੀਂ ਪੱਤਰ ਕਾ ਲਿਖਵੇ ਭਈ, ਸਤਿਗੁਰੂ ਸਾਹਿਬ ਜੀ ਨੇ ਕੋਈ ਚਿੱਠੀ ਨਹੀਂ ਲਿਖਣਾ ਕੀਤੀ। ਬਾਕਨ ਸਾਥ ਖਬਰ ਪਠ ਦਈ, ਇਸ ਤਰ੍ਹਾਂ ਬਾਤਾਂ ਦੇ ਨਾਲ ਭਾਵ ਬਚਨਾਂ ਦੇ ਨਾਲ ਹੀ ਉਹਨਾਂ ਨੇ ਆਪਣੀ ਖਬਰ ਜਿਹੜੀ ਭੇਜ ਦੇਣਾ ਕੀਤੀ ਹੈ। ਸਾਸੂ ਨੁਖ ਚਿੰਤ ਬਸ ਭਾਰੀ, ਇਹ ਖਬਰ ਸੁਣ ਕੇ ਦੋਵੇਂ ਮਾਤਾਵਾਂ, ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀ
ਬਹੁਤੀ ਚਿੰਤਾ ਇਹਨਾਂ ਦੇ ਮਨ ਵਿੱਚ ਹੋਈ ਹੈ। हे प्रभ कहाँ करी गत न्यारी। ਇਹ ਸੱਚੇ ਪਾਤਸ਼ਾਹ ਜੀ, ਇਹ ਕੀ ਗਤ ਕੀਤੀ ਤੁਸੀਂ? ਨਿਆਰੀ ਵੱਖਰੀ ਹੀ ਕਰਨਾ ਕੀਤੀ ਹੈ। ਠਟਕ ਰਹੀ ਨੇ ਚਲ ਬੁਝਾ। ਇਸ ਕਰਕੇ ਠਟਕ ਰਹੇ ਉੱਥੇ ਹੀ, ਹੁਣ ਇੱਛਾ ਨਹੀਂ ਹੋਈ ਅੱਗੇ ਜਾਣ ਦੀ। ਮਨ ਬੁੱਢਿਓ ਬੜ ਕਹਿਤ ਪ੍ਰਵਾਹ। ਮਨ ਜਿਹੜਾ ਸੀ ਦੁੱਖ ਦੇ ਸਾਗਰ ਦੇ ਵਿੱਚ ਡੁੱਬ ਗਿਆ ਹੈ। ਹੁਣ ਸਿੱਖ ਕਹੇ ਬਹੁ ਬਿਦ ਸਮਝਾਈ। ਉਹਨਾਂ ਫਿਰ ਸਿੱਖ ਨੇ ਨਾ ਸਤਿਗੁਰੂ ਜੀ ਵੱਲੋਂ ਬਚਨ ਕਹਿ ਕੇ ਬਹੁਤੇ ਸਮਝਾਉਣਾ ਕੀਤਾ। ਇਮ ਤੁਮ ਕੋ ਅਬ ਨਹਿ ਬਨ ਆਈ। ਸਿੱਖ ਕਹਿਣ ਲੱਗਾ, ਮਾਤਾ ਜੀ ਤੁਹਾਨੂੰ ਇਸ ਤਰ੍ਹਾਂ ਕਰਨਾ ਹੁਣ ਬਣਦਾ ਨਹੀਂ। ਗੁਰੂ ਆਪੇ ਕਾਰਨ ਕੀਨਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਇਹ ਸਾਰਾ ਕਾਰਨ ਕਰਨਾ ਕੀਤਾ ਹੈ। ਤੁਮ ਕੋ ਹੁਕਮ ਜਥਾ ਬਿਦ ਦੀਨਾ। ਤੇ ਤੁਹਾਨੂੰ ਜਿਸ ਤਰ੍ਹਾਂ ਉਹਨਾਂ ਨੇ ਹੁਕਮ ਦੇਣਾ ਕੀਤਾ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ। ਕਰਹੁ ਉਤਾਇਲ ਬਿਲਮ ਨ ਲਾਵੋ। ਉਸੇ ਤਰ੍ਹਾਂ ਹੀ ਕਰਨਾ ਕਰੋ ਤੁਸੀਂ, ਛੇਤੀ ਨਾਲ ਕੋਈ ਦੇਰੀ ਨਾ ਲਗਾਓ। ਪਹੁੰਚੋ ਤਿਸੀ ਗ੍ਰਾਮ ਥਿਰ ਤਾਵਹੁ। ਉਸੇ ਨਗਰ ਵਿੱਚ ਜਾ ਕੇ ਤੁਸੀਂ ਸਥਿਰ ਹੋਣਾ ਕਰੋ। ਸਾਹਿਬ ਜਾਦੇ ਕੋ ਪ੍ਰਤਪਾਰੋ। ਤੇ ਸਾਹਿਬਜ਼ਾਦੇ ਦੀ ਪਾਲਣਾ ਕਰਨਾ ਕਰੋ। ਗੁਰ ਸਰੂਪ ਨਿਤ ਇਨੇ ਨਿਹਾਰੋ। ਗੁਰੂ ਸਾਹਿਬ ਜੀ ਦਾ ਹੀ ਸਰੂਪ ਹੁਣ ਇਹਨਾਂ ਨੂੰ ਵੇਖਣਾ ਕਰੋ ਆਪ ਜੀ। ਬਹੁਤ ਬਾਰ ਤਾਕੀਦ ਬਖਾਨੀ। ਇਸ ਤਰ੍ਹਾਂ ਬਹੁਤ ਬਾਰ, ਬਹੁਤੀ ਵਾਰਾਂ ਇਸ ਤਰ੍ਹਾਂ ਤਗੀਦ ਕਰਨਾ ਕੀਤੀ ਹੈ। ਕਰੇ ਨ ਚਿੰਤਾ ਸ਼ੋਕ ਮਹਾਨੀ। ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਾ ਕਰਨ ਮਾਤਾ ਜੀ, ਕੋਈ ਸ਼ੋਕ ਨਾ ਕਰਨ। ਸੋ ਸਿੱਖ ਲੈ ਕੇ ਸੰਗ ਪਿਆਨੇ। ਉਸ ਸਿੱਖ ਨੂੰ ਨਾਲ ਲੈ ਕੇ ਤੇ ਚੱਲ ਪਏ ਹਨ ਅੱਗੇ। ਪੰਥ ਲੰਘ ਪਹੁੰਚ ਤੇ ਸਥਾਨੇ। ਰਸਤਾ ਲੰਘ ਕੇ ਤੇ ਉਸੇ ਸਥਾਨ ਤੇ ਪਹੁੰਚ ਜਾਣਾ ਕੀਤਾ। ਤਿਸ ਮਸੰਦ ਕਰ ਉਤਰੇ ਜਾਈ। ਉਸ ਮਸੰਦ ਜੇਠੇ ਦੇ ਘਰ ਵਿੱਚ ਜਾ ਕੇ ਉਤਾਰਾ ਕਰਨਾ ਕੀਤਾ। ਆਨੰਦਪੁਰ ਸਭ ਵਸਤ ਪਠਾਈ। ਆਨੰਦਪੁਰ ਸਾਹਿਬ ਦੇ ਵਿੱਚ ਬਾਕੀ ਵਸਤੂਆਂ ਜਿਹੜੀਆਂ ਆਨੰਦਪੁਰ ਸਾਹਿਬ ਭੇਜ ਦੇਣਾ ਕੀਤੀਆਂ ਨੇ। ਵਾਹਨ ਆਦ ਸਕਲ ਲੈ ਨਾਲ। ਸਾਰੇ ਵਾਹਨ ਸਵਾਰੀਆਂ ਨੂੰ ਨਾਲ ਲੈ ਕਰਕੇ। ਗਮਨਿਓ ਗੁਰ ਮਾਤੁਲ ਜੋ ਕਿਰਪਾਲ। ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਜੋ ਮਾਮਾ ਜੀ ਨੇ, ਮਾਮਾ ਕਿਰਪਾਲ ਚੰਦ ਜੀ, ਉਹ ਸਾਰੇ ਵਾਹਨ ਸਵਾਰੀਆਂ ਲੈ ਕੇ ਤੇ ਆਨੰਦਪੁਰ ਨੂੰ ਚਲੇ ਗਏ। ਸਾਸ ਨੁਖਾ ਦੋਨੋਂ ਤਬ ਰਹੀ। ਦੋਵੇਂ ਮਾਤਾਵਾਂ, ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਰਹੇ ਹਨ। ਸੁਤ ਜੁਤ ਜਿਮ ਜਾਨੋ ਕੋ ਨਹੀਂ। ਆਪਣੇ ਪੁੱਤਰ ਗੋਬਿੰਦ ਰਾਏ ਜੀ ਦੇ ਸਹਿਤ ਉੱਥੇ ਰਹੇ, ਜਿਸ ਤਰ੍ਹਾਂ ਕਿਸੇ ਨੂੰ ਕੋਈ ਪਤਾ ਨਾ ਲੱਗੇ। ਪਗ ਬੰਧਨ ਜੇਠਾ ਕਰ ਪ੍ਰੀਤ। ਬੜੇ ਪਿਆਰ ਦੇ ਨਾਲ ਭਾਈ ਜੇਠਾ ਜਿਹੜਾ ਸੀ ਉਹਨੇ ਨਮਸਕਾਰ ਕੀਤੀ ਹੈ। ਸੇਵਤ ਸਰਬ ਰੀਤ ਕਰ ਨੀਤ। ਆਪਣੇ ਘਰ ਦੇ ਵਿੱਚ ਸਰਬ ਤਰ੍ਹਾਂ ਕਰਕੇ ਸੋਹਣੇ ਢੰਗ ਦੇ ਨਾਲ ਸੇਵਾ ਕਰਦਾ ਹੈ। ਨੈ ਕੋ ਜਾਣ ਸਕਿਓ ਇਤ ਦੇਸ਼। ਇਸ ਦੇਸ਼ ਵਿੱਚ ਕੋਈ ਵੀ ਇਸ ਗੱਲ ਨੂੰ ਨਾ ਜਾਣ ਸਕਿਆ। ਮਿਲ ਬਾਲਨ ਮੈਂ ਖਿਲਤ ਹਮੇਸ਼। ਬਾਲਕਾਂ ਦੇ ਨਾਲ ਮਿਲ ਕੇ ਗੋਬਿੰਦ ਰਾਏ ਜੀ ਖੇਡਦੇ ਹਨ। ਦਿਨ ਪ੍ਰਤ ਵਧੇ ਸਰੀਰ ਬਸਾਲਾ। ਇਸ ਤਰ੍ਹਾਂ ਦਿਨ ਪ੍ਰਤੀ ਦਿਨ ਇਹਨਾਂ ਦਾ ਸਰੀਰ ਵੱਡਾ ਹੁੰਦਾ ਜਾਂਦਾ ਹੈ। ਸ਼ਤਰਨ ਘਨੇ ਕਰਨ ਜੋ ਕਹਲ। ਔਰ ਸ਼ਤਰਨ ਘਨੇ ਕਰਨ ਜੋ ਘਲ ਹੈ। ਘਰਾਂ ਨੂੰ, ਜੋ ਦੁਸ਼ਮਣਾਂ ਦੇ ਘਰਾਂ ਨੂੰ ਨਾਸ ਕਰ ਦੇਣਗੇ, ਐਸੇ ਗੋਬਿੰਦ ਰਾਏ ਜੀ ਦਾ ਸਰੀਰ ਵੱਡਾ ਹੋ ਰਿਹਾ ਹੈ। ਔਰ ਕਥਾ ਬਸਬੇ ਲਖਨੌਰ। ਕਵੀ ਜੀ ਕਹਿੰਦੇ ਲਖਨੌਰ ਵਿੱਚ ਵਸਣ ਦੀ ਹੋਰ ਜੋ ਕਥਾ ਹੈ। ਕਹੋਂ ਫੇਰ ਜੈ ਅਵਸਰ ਠੌਰ। ਜਿੱਥੇ ਜਗ੍ਹਾ ਹੋਵੇਗੀ ਨਾ, ਮੌਕਾ ਹੋਵੇਗਾ ਕਹਿਣ ਦਾ, ਮੈਂ ਬਾਅਦ ਵਿੱਚ ਕਹਾਂਗਾ। ਅਬ ਦਿੱਲੀ ਮੈਂ ਗੁਰ ਕੀ ਕਥਾ। ਹੁਣ ਦਿੱਲੀ ਦੇ ਵਿੱਚ ਜੋ ਗੁਰੂ ਸਾਹਿਬ ਜੀ ਦੀ ਕਥਾ ਹੈ। ਸੁਨੋ ਗੁਰੂ ਸਿੱਖ ਬਰਨਾਉ ਜਥਾ। ਇਹ ਗੁਰੂ ਸਿੱਖ ਸੁਣਨਾ ਕਰੋ, ਗੁਰੂ ਕਿਉ ਸਿੱਖੋ, ਮੈਂ ਵਰਣਨ ਕਰਦਾ ਉਸੇ ਤਰ੍ਹਾਂ। ਸੈਨ ਸਮੇਤ ਜਬੇ ਚੱਲ ਆਏ। ਜਦੋਂ ਇਸ ਤਰ੍ਹਾਂ ਫੌਜ ਦੇ ਸਮੇਤ ਆਏ ਚੱਲ ਕਰਕੇ। ਦੇਖਨ ਹੇਤ ਬਰਿੰਦ ਅਮੰਡਾਏ। ਭਾਵ
ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਆਏ ਨਾ ਇੱਥੇ ਦਿੱਲੀ ਦੇ ਵਿੱਚ ਫੌਜ ਦੇ ਸਮੇਤ, ਤੇ ਵੇਖਣ ਵਾਸਤੇ ਬਹੁਤੇ ਆਏ ਹਨ ਮਨੁੱਖ। ਦੋਹਰਾ ਦਿੱਲੀ ਮੈਂ ਤਿਸ ਘਰ ਵਿਖੇ ਰਹੇ ਦੇਵ ਜਿਸ ਮਾਹੇ। ਦਿੱਲੀ ਦੇ ਵਿੱਚ ਉਸ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੱਖਿਆ ਗਿਆ ਜਿੱਥੇ ਦੇ ਰਹਿੰਦਾ ਸੀ, ਭਾਵ ਜਿਸ ਹਵੇਲੀ ਦੇ ਬਾਬਤ ਇਹ ਕਿਆਫਾ ਕੀਤਾ ਜਾਂਦਾ ਵੀ ਇੱਥੇ ਭੂਤਾਂ ਪ੍ਰੇਤਾਂ ਦਾ ਪਰਛਾਵਾਂ, ਇੱਥੇ ਕੁਝ ਗੁਪਤ ਵਸਦੇ ਨੇ, ਇਹ ਬੜੀ ਡਰਾਉਣੀ ਹਵੇਲੀ ਹੈ, ਇੱਥੋਂ ਦੀ ਕੋਈ ਦਿਨੇ ਦੇ ਸਮੇਂ ਵੀ ਜਿਹੜਾ ਸੀ ਉਹ ਨਹੀਂ ਸੀ ਲੰਘਦਾ। ਉਸ ਹਵੇਲੀ ਦੇ ਵਿੱਚ ਸਤਿਗੁਰੂ ਜੀ ਨੂੰ ਰਾਤ ਰੱਖਿਆ ਗਿਆ। ਉਹਦਾ ਕਾਰਨ ਇਹ ਸੀ ਵੀ ਇੱਕ ਤੇ ਇਹ ਗੱਲ ਪਰਖੀ ਜਾਊਗੀ ਇਹਨਾਂ ਵਿੱਚ ਸ਼ਕਤੀ ਹੈਗੀ ਕਿ ਨਹੀਂ। ਜੇ ਤੇ ਸ਼ਕਤੀ ਹੋਵੇਗੀ ਫਿਰ ਜਿਉਂਦੇ ਬਚ ਜਾਣਗੇ, ਕਰਾਮਾਤ ਹੋਵੇਗੀ, ਤੇ ਜੇ ਕਰਾਮਾਤ ਕੋਈ ਨਾ ਹੋਈ ਫਿਰ ਦੇ ਨੇ ਇਹਨਾਂ ਨੂੰ ਮਾਰ ਦੇਣਾ। ਤੇ ਜੇ ਨਾ ਵੀ ਮਾਰੇਗਾ, ਕਰਾਮਾਤ ਨਾ ਹੋਈ ਤੇ ਡਰਨਗੇ ਜ਼ਰੂਰ, ਤੇ ਡਰਦੇ ਹੋਏ ਸਾਡੀ ਗੱਲ ਮੰਨ ਲੈਣਗੇ। ਜਦੋਂ ਇਹ ਸਾਡੀ ਗੱਲ ਮੰਨ ਲੈਣਗੇ ਡਰਦੇ ਹੋਏ, ਫਿਰ ਸਾਰੇ ਹੀ ਮੁਸਲਮਾਨ ਬਣ ਜਾਣਗੇ। ਸਾਰੇ ਹਿੰਦੂ ਹਿੰਦੁਸਤਾਨ ਦੇ ਇਹ ਮੁਸਲਮਾਨ ਬਣ ਜਾਣਗੇ ਇਹਨਾਂ ਦੇ ਪਿੱਛੇ। ਇਸ ਕਰਕੇ ਇਹ ਕਾਰਨ ਸੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਸ ਡਰਾਉਣੀ ਹਵੇਲੀ ਦੇ ਵਿੱਚ ਭੇਜਿਆ ਗਿਆ। ਜੋ ਹਠ ਕਰ ਨਰ ਤੈ ਬਸੇ ਮਾਰਤ ਕੈ ਤਰਸਾਹੇ। ਲੋਕੀ ਜਿਹੜੇ ਸਨ ਉਹ ਇਸ ਗੱਲ ਦਾ ਖਿਆਲ ਕਰਦੇ ਡਰਦੇ ਸਨ ਵੀ ਜਿਹੜਾ ਵੀ ਹੱਠ ਕਰਕੇ ਇਸ ਹਵੇਲੀ ਵਿੱਚ ਰਹਿੰਦਾ ਇਹ ਦੇ ਉਸ ਨੂੰ ਮਾਰ ਦਿੰਦਾ ਜਾਂ ਬਹੁਤਾ ਡਰਾ ਦਿੰਦਾ ਹੈ। ਚੌਪਈ ਸਗਰ ਨਗਰ ਵਿਖੇ ਇਹ ਰੌਰਾ। ਇਹ ਸਾਰੇ ਨਗਰ ਦੇ ਵਿੱਚ ਰੌਲਾ ਪਿਆ ਹੋਇਆ। ਮੈਂ ਪ੍ਰਵੇਸ਼ ਹੋਏ ਕੋ ਨਰ ਪੌਰਾ। ਇਸ ਕਰਕੇ ਕੋਈ ਵੀ ਮਨੁੱਖ ਉਸ ਹਵੇਲੀ ਦੇ ਦਰਵਾਜ਼ੇ ਵਿੱਚ ਨਹੀਂ ਸੀ ਲੰਘਦਾ। ਸਾਰੇ ਡਰਦੇ ਸਨ ਉੱਥੇ ਜਾਣ ਤੋਂ। ਪ੍ਰਾਸਤ ਸਕਲ ਰਹੇ ਨਰ ਬਾਹਰ। ਸਾਰੇ ਮਨੁੱਖ ਡਰਦੇ ਰਹਿੰਦੇ ਤੇ ਕੋਈ ਦਰਵਾਜ਼ਾ ਨਹੀਂ ਸੀ ਲੰਘਦਾ, ਅੰਦਰ ਕੋਈ ਨਹੀਂ ਸੀ ਜਾਂਦਾ, ਸਾਰੇ ਬਾਹਰ ਹੀ ਰਹਿੰਦੇ ਸਨ। ਦਿਨ ਮੈਂ ਪੀ ਨ ਨਿਕਟ ਹੋਏ ਜਾਹਰ। ਤੇ ਇੰਨਾ ਡਰਦੇ ਸਨ ਰਾਤ ਨੂੰ ਤੇ ਕਿਸੇ ਨੇ ਉਧਰ ਕੀ ਆਉਣਾ, ਦਿਨ ਦੇ ਸਮੇਂ ਵੀ ਕੋਈ ਉਧਰ ਨੂੰ ਨਹੀਂ ਸੀ ਜਾਂਦਾ। ਵਿੱਚ ਜਾਮਨੇ ਬਸ ਹੈ ਕੌਣ। ਤੇ ਰਾਤ ਦੇ ਸਮੇਂ ਉੱਥੇ ਕਿੰਨੇ ਵਸਣਾ। ਜਿਸ ਹਵੇਲੀ ਦੇ ਬਾਬਤ ਐਸਾ ਡਰ ਸੀ, ਐਸੀ ਦਹਿਸ਼ਤ ਸੀ ਲੋਕਾਂ ਦੇ ਵਿੱਚ। ਐਸੋ ਤੋ ਭਿਆਨਕ ਭਵਨ। ਐਸਾ ਉਹ ਭਿਆਨਕ ਘਰ ਸੀ, ਐਸੀ ਉਹ ਡਰਾਉਣੀ ਹਵੇਲੀ ਸੀ। ਪੁਰਕੇਸ਼ਰ ਕੀ ਆਇਸ ਕਰੇ। ਬਾਦਸ਼ਾਹ ਦੀ ਆਗਿਆ ਕੀਤੀ ਹੋਈ ਹੈ। ਇਸ ਸਥਾਨ ਸ੍ਰੀ ਗੁਰੂ ਉਤਰੇ। ਉਸ ਸਥਾਨ ਤੇ ਗੁਰੂ ਸਾਹਿਬ ਜੀ ਦਾ ਉਤਾਰਾ ਕਰਵਾਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਤਾਰਾ ਕਰਵਾਇਆ ਗਿਆ ਉਸ ਹਵੇਲੀ ਵਿੱਚ। ਚੌਂਦਿਸ਼ ਚੌਂਕੀਦਾਰ ਬਿਠਾਏ। ਤੇ ਚਾਰ ਚਫੇਰੇ ਚੌਂਕੀਦਾਰ ਬਿਠਾਏ ਵੀ ਕਿਤੇ ਬਾਹਰ ਨਾ ਭੱਜਣ ਨਿਕਲ ਕੇ। ਸੰਗ ਜੇ ਦਾਸ ਵੈਰੀ ਉਤਰਾਏ। ਇਸੇ ਤਰ੍ਹਾਂ ਜਿਹੜੇ ਨਾਲ ਦਾਸ ਸਨ ਨਾ ਗੁਰੂ ਸਾਹਿਬ ਜੀ ਦੇ, ਉਹਨਾਂ ਦਾ ਬਾਹਰ ਟਿਕਾਣਾ ਕਰਾ ਦਿੱਤਾ ਹੈ। ਸਭ ਹਿੰਦਨ ਕੋ ਪੀਰ ਕਹਾਵੇ। ਤੇ ਕੀ ਕਹਿੰਦੇ ਨੇ ਮੁਸਲਮਾਨ, ਕਹਿੰਦੇ ਸਾਰੇ ਹਿੰਦੂਆਂ ਦਾ ਗੁਰੂ ਕਹਾਉਂਦਾ ਆਪਣੇ ਆਪ ਨੂੰ ਗੁਰੂ ਤੇਗ ਬਹਾਦਰ। ਅਬ ਮਾਰਸ ਇਸ ਛੁੱਟ ਨਾ ਜਾਵੇ। ਹੁਣ ਇਹਨੂੰ ਐਸੀ ਮਾਰ ਮਾਰਾਂਗੇ ਵੀ ਇਹ ਛੁੱਟੇਗਾ ਨਹੀਂ ਸਾਡੇ ਕੋਲੋਂ। ਕੈ ਦਰਦਰਾਸ ਦੀਨ ਮੈਂ ਆਵੇ। ਇਸ ਤਰ੍ਹਾਂ ਸੋਚਦੇ ਨੇ ਮਨ ਵਿੱਚ ਵੀ ਜਾਂ ਤੇ ਮਾਰ ਦੇਵਾਂਗੇ ਤੇ ਜਾਂ ਫਿਰ ਡਰਦਾ ਹੋਵੇਗਾ, ਡਰ ਜਾਵੇਗਾ ਤੇ ਸਾਡੇ ਦੀਨ ਵਿੱਚ ਆ ਜਾਵੇਗਾ, ਸਾਡੇ ਮਜ਼ਹਬ ਵਿੱਚ ਆ ਜਾਵੇਗਾ। ਜੇ ਬਹੁਤਾ ਡਰ ਜਾਵੇਗਾ ਗੁਰੂ ਤੇਗ ਬਹਾਦਰ ਤੇ ਸਾਡਾ ਧਰਮ ਧਾਰਨ ਕਰ ਲਵੇਗਾ। ਤੁਰਕ ਸਕਲ ਮਾਨੁਖ ਹੋਏ ਜਾਵੇ। ਤੇ ਜਦੋਂ ਗੁਰੂ ਤੇਗ ਬਹਾਦਰ ਤੁਰਕ ਹੋ ਜਾਵੇਗਾ ਨਾ, ਇਹਦੇ ਪਿੱਛੇ ਜਿੰਨੇ ਹਿੰਦੂ ਹਨ ਸਾਰੇ ਹੀ ਮੁਸਲਮਾਨ ਬਣ ਜਾਣਗੇ। ਬਿਨਾ ਯਤਨ ਤੇ ਇਹ ਵਿਦ ਹੋਈ। ਇਹ ਬਿਨਾਂ ਕਿਸੇ ਯਤਨ ਤੋਂ ਇਹ ਗੱਲ ਜਿਹੜੀ ਹੈ ਸੋਹਣੀ ਚੰਗੀ ਬਣ ਜਾਵੇਗੀ ਸਾਡੇ ਵਾਸਤੇ। ਕੈ ਮਰ ਜਾਹੇ ਡਰੇ ਸਭ ਕੋਈ। ਜਾਂ ਤੇ ਫਿਰ ਇਹ ਮਰ ਜਾਣਗੇ ਇੱਥੇ ਤੇ ਸਾਰੇ ਡਰਨਗੇ, ਸਾਰੇ ਹਿੰਦੂ। ਨੌ ਰੰਗ ਸਾਥ ਕਹੀ ਉਮਰਾਵ। ਇਸ ਤਰ੍ਹਾਂ ਔਰੰਗਜ਼ੇਬ ਦੇ ਨਾਲ ਉਮਰਾਵ ਜਿਹੜੇ ਉਹ ਗੱਲਾਂ ਕਰਦੇ ਹਨ। ਰਾਵਰ ਨੇ ਕੇ ਭਲੋ ਪਾਵ। ਕਹਿੰਦੇ ਬਾਦਸ਼ਾਹ ਸਲਾਮਤ ਆ ਤੇ ਬਹੁਤਾ ਚੰਗਾ ਯਤਨ ਤੁਸੀਂ ਸੋਚਿਆ, ਬਹੁਤਾ ਚੰਗਾ ਯਤਨ ਵੀ ਜਾਂ ਤੇ ਗੁਰੂ ਮਰ ਜਾਊ
ਤੇ ਜਾਂ ਫਿਰ ਡਰ ਜਾਊ ਸਾਡੇ ਇਸਲਾਮ ਵਿੱਚ ਆ ਜਾਵੇਗਾ। ਬਿਨ ਮਾਰੇ ਹਿੰਦੂ ਮਰ ਜਾਏ ਹੈ, ਇਸ ਤਰ੍ਹਾਂ ਬਿਨਾਂ ਮਾਰਿਆਂ ਹੀ ਹਿੰਦੂ ਮਰ ਜਾਣਗੇ। ਨਾਏ ਤਾਂ ਡਰ ਕਰ ਤੁਰਕ ਬਣੇ ਹੈ, ਨਹੀਂ ਤੇ ਫਿਰ ਡਰਦੇ ਹੋਏ ਤੁਰਕ ਬਣ ਜਾਣਗੇ। ਜਬ ਦੀਨ ਵਿਖੇ ਹੋਏ ਜਾਏ, ਜਦੋਂ ਇਹ ਦੀਨ ਵਿੱਚ ਆ ਜਾਣਗੇ, ਜਦੋਂ ਇਹ ਸਾਡੇ ਧਰਮ ਵਿੱਚ ਆ ਜਾਣਗੇ, ਸਭ ਕੀ ਅਟਕ ਚੁਕੈ ਇੱਕ ਭਾਏ। ਇਹ ਸਾਰਿਆਂ ਦੇ ਉੱਤੇ ਜਿਹੜੀ ਰੋਕ ਲੱਗੀ ਹੋਈ ਹੈ ਨਾ, ਇਹ ਰੋਕ ਸਾਰਿਆਂ ਦੀ ਹਟ ਜਾਵੇਗੀ, ਸਾਰੇ ਹੀ ਮੁਸਲਮਾਨ ਬਣ ਜਾਣਗੇ। ਇਹ ਹਿੰਦਨ ਕੋ ਗੁਰੂ ਕਹਾਵੇ, ਇਹ ਹਿੰਦੂਆਂ ਦੇ ਗੁਰੂ ਕਹਾਉਂਦੇ ਹਨ। ਤਿਮ ਪਿਛੇ ਸਭ ਕੇ ਮਨ ਭਾਵੇ, ਇਹਨਾਂ ਦੇ ਪਿੱਛੋਂ ਜਦੋਂ ਇਹ ਮੁਸਲਮਾਨ ਬਣ ਜਾਣਗੇ, ਸਾਰੇ ਚਾਹ ਕਰਕੇ ਉਹ ਵੀ ਮੁਸਲਮਾਨ ਬਣ ਜਾਣਗੇ। ਮੂਰਖ ਮਿਲੇ ਪਰਸਪਰ ਕਹੈ, ਕਵੀ ਜੀ ਕਹਿੰਦੇ ਇਸ ਤਰ੍ਹਾਂ ਮੂਰਖ ਮਿਲਦੇ ਆਪਸ ਵਿੱਚ ਇੱਕ ਦੂਜੇ ਨਾਲ ਇਹ ਗੱਲਾਂ ਕਰਦੇ ਹਨ। ਗੁਰ ਕਿਆ ਕਰੇ ਦੁਸ਼ਟ ਨਹਿ ਲਹੈ, ਪਰ ਇਹ ਦੁਸ਼ਟ ਜਿਹੜੇ ਇਸ ਗੱਲ ਨੂੰ ਨਹੀਂ ਜਾਣਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਕੀ ਕਰਨ ਲੱਗੇ ਹਨ। ਆਪਣੀ ਦਈ ਵਹਤ ਕੋ ਲੇ, ਇਹ ਤੇ ਆਪਣੀ ਦਿੱਤੀ ਹੋਈ ਵਸਤੂ ਹੀ ਵਾਪਸ ਲੈਣ ਲੱਗੇ, ਇਹਨਾਂ ਨੂੰ ਝੂਠੇ ਕਰਕੇ। ਕਰ ਕੈ ਕੂਰੇ ਤੁਰਕ ਅਸ਼ੇਹ, ਇਸ ਤਰ੍ਹਾਂ ਇਹਨਾਂ ਤੁਰਕਾਂ ਨੂੰ ਜਿਹੜਾ ਕੂੜੇ ਕਰਕੇ, ਝੂਠੇ ਕਰਕੇ, ਚੌਕੀਦਾਰ ਖਰੇ ਚੌਂ ਪਾਸੇ, ਇਸ ਤਰ੍ਹਾਂ ਚੌਕੀਦਾਰ ਜਿਹੜੇ ਚਾਰ ਚਫੇਰੇ ਹਵੇਲੀ ਦੇ ਖਲੋਤੇ ਹੋਏ ਨੇ, ਅੰਤਰ ਤਿਸ ਘਰ ਕੇ ਗੁਰਬਾਸੇ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਘਰ ਦੇ, ਉਸ ਹਵੇਲੀ ਦੇ ਅੰਦਰ ਵੱਸਦੇ ਹਨ। ਮਿਟਿਓ ਪ੍ਰਕਾਸ਼ ਤਿਮਰ ਜਬ ਛਾਇਓ, ਜਿਸ ਵੇਲੇ ਸੂਰਜ ਅਸਤ ਹੋ ਗਿਆ, ਪ੍ਰਕਾਸ਼ ਖਤਮ ਹੋ ਗਿਆ, ਹਨੇਰਾ ਛਾ ਗਿਆ, ਦੇਹ ਭਿਆਨਕ ਪ੍ਰੇਤ ਸੋ ਆਇਓ। ਉਹ ਜਿਹੜਾ ਉੱਥੇ ਗੁਪਤ ਪ੍ਰੇਤ ਵੱਸਦਾ ਸੀ ਨਾ, ਉਹ ਫਿਰ ਭਿਆਨਕ ਸਰੂਪ ਧਾਰਨ ਕਰਕੇ ਆਇਆ ਹੈ। ਹੱਥ ਜੋੜ ਪਰ ਬੰਧਨ ਠਾਨੀ, ਹੱਥ ਜੋੜ ਕੇ ਗੁਰੂ ਸਾਹਿਬ ਨੂੰ ਉਹਨੇ ਨਮਸਕਾਰ ਕੀਤੀ ਹੈ। ਭਇਓ ਦੀਨ ਮੁਖ ਬਿਨੈ ਬਖਾਨੀ, ਬੜਾ ਦੀਨ ਨਿਮਾਣਾ ਹੋਇਆ ਗੁਰੂ ਸਾਹਿਬ ਜੀ ਦੇ ਅੱਗੇ ਤੇ ਆਪਣੇ ਮੁਖ ਤੋਂ ਬੇਨਤੀ ਕਰਦਾ ਹੈ। ਪ੍ਰਭ ਜੀ ਬਾਸ ਤੁਮਾਰੋ ਭਇਓ, ਇਹ ਸੱਚੇ ਪਾਤਸ਼ਾਹ ਜੀ ਤੁਹਾਡਾ ਇਸ ਘਰ ਦੇ ਵਿੱਚ ਵਾਸਾ ਹੋਇਆ ਹੈ। ਧੰਨ ਅਹੰ ਮੈਂ ਦਰਸ਼ਨ ਦਿਓ, ਮੈਂ ਆਪਣੇ ਆਪ ਨੂੰ ਧੰਨ ਸਮਝਦਾ ਜੋ ਤੁਸੀਂ ਦਰਸ਼ਨ ਦੇਣਾ ਕੀਤੇ ਹਨ। ਕਰੋ ਮੋਹਿ ਪਰ ਹੁਕਮ ਵਡੇਰਾ, ਹੁਣ ਆਪ ਜੀ ਕਿਰਪਾ ਕਰੋ, ਮੇਰੇ ਉੱਤੇ ਹੁਕਮ ਕਰਨਾ ਕਰੋ। ਜਨ ਆਪ ਮੋਹਿ ਕੋ ਚੇਰਾ, ਮੈਨੂੰ ਆਪਣਾ ਚੇਰਾ ਸਮਝੋ ਆਪ ਜੀ, ਮੈਨੂੰ ਆਪਣਾ ਸੇਵਕ ਸਮਝਣਾ ਕਰੋ। ਜਲ ਸਪਰਸ਼ ਵੇ ਸ਼ਕਤੀ ਨਾਹੀ, ਹਾਂ, ਜਲ ਸਪਰਸ਼ ਵੇ, ਜਲ ਨੂੰ ਸਪਰਸ਼ ਕਰਨ ਦੀ ਮੇਰੇ ਵਿੱਚ ਸਮਰੱਥਾ ਨਹੀਂ ਹੈ। ਜੇ ਆਹਾਰ ਲਿਆਵੋ ਤੁਮ ਪਾਹੀ, ਜੇ ਆਹਾਰ ਭੋਜਨ ਜਿਹੜਾ ਤੁਹਾਡੇ ਕੋਲ ਲਿਆਵਾਂ ਮੈਂ, ਮੋਹਿ ਹੱਥ ਕੋ ਅਚੋ ਕੇ ਨੈ ਲਿਹੋ, ਮਹਾਰਾਜ ਮੇਰੇ ਹੱਥਾਂ ਦਾ ਲਿਆਂਦਾ ਹੋਇਆ ਛਕੋਗੇ ਕਿ ਨਹੀਂ ਛਕੋਗੇ। ਅਪਰ ਸੇਵ ਮੈਂ ਕਰੋ ਜੋ ਕਹੇ ਦਿਓ, ਹੋਰ ਜੋ ਤੁਸੀਂ ਕਹਿ ਦਿਓ ਮੈਂ ਤੁਹਾਡੀ ਉਹੋ ਹੀ ਸੇਵਾ ਕਰਨਾ ਕਰਾਂ। ਇਹਾ ਜੇ ਦੋਖੀ ਦੁਸ਼ਟ ਤੁਮਹਾਰੇ, ਇੱਥੇ ਜਿਹੜੇ ਤੁਹਾਡੇ ਨਾਲ ਦੋਖੀ ਤੁਹਾਡੇ ਰਹਿੰਦੇ ਨੇ, ਤੁਹਾਡੇ ਨਾਲ ਦੁਸ਼ਟਤਾਈਆਂ ਕਰਨ ਵਾਲੇ ਜਿਹੜੇ ਰਹਿੰਦੇ ਹਨ, ਕਹੋ ਜਿਸੇ ਦੇਵਾਂ ਤਿਸ ਮਾਰੇ। ਆਪ ਜੀ ਕਿਰਪਾ ਕਰਕੇ ਕਹੋ ਤੇ ਸਹੀ, ਜਿਹਦਾ ਵੀ ਨਾਂ ਲਓਗੇ ਉਸੇ ਨੂੰ ਮਾਰ ਦਿਆਂਗਾ। ਕਹੋ ਨਗਰ ਤੇ ਦੂਰ ਬਗਾਵਹੁ, ਉਹਨਾਂ ਨੂੰ ਪਕੜ ਕੇ ਤੇ ਨਗਰ ਤੋਂ ਦੂਰ ਕੱਢ ਦਿਆਂਗਾ। ਕੋਈ ਨ ਜਾਣੇ ਤਹਾਂ ਪਚਾਵੋ, ਕਿਸੇ ਨੂੰ ਨਹੀਂ ਪਤਾ ਲੱਗਣਾ ਇਹੋ ਜੀ ਥਾਂ ਤੇ ਉਹਨਾਂ ਨੂੰ ਸੁੱਟਾਂਗਾ ਜਾ ਕੇ। ਪੁੱਤਰ ਆਦ ਤਿਨ ਕੇ ਕਰ ਨਾਸ਼, ਉਹਨਾਂ ਦੇ ਪੁੱਤਰ ਆਦਿਕ ਜਿਹੜੇ ਉਹਨਾਂ ਦਾ ਵੀ ਨਾਸ ਕਰ ਦਿਆਂਗਾ। ਕਰੋ ਉਪਾਰਨ ਜਰਹਿ ਆਵਾਸ, ਇਸ ਤਰ੍ਹਾਂ ਉਹਨਾਂ ਦੀਆਂ ਜੜ੍ਹਾਂ ਹੀ ਪੁੱਟ ਦਿਆਂਗਾ ਸਾਰੀਆਂ। ਬਰਾਬਰ ਕੀ ਆਏ ਸੇ ਅਨੁਸਾਰੀ, ਮੈਂ ਤੇ ਆਪ ਜੀ ਦੀ ਆਗਿਆ ਦੇ ਅਨੁਸਾਰੀ ਹਾਂ, ਜਿਵੇਂ ਆਪ ਜੀ ਦੀ ਆਗਿਆ ਹੋਵੇ। ਮੈਂ ਕਰ ਸਕਾਂ ਸਗਲ ਹੀ ਕਾਰੀ, ਸੱਚੇ ਪਾਤਸ਼ਾਹ ਇਹ ਸਾਰਾ ਕੰਮ ਮੈਂ ਕਰ ਸਕਦਾ ਜਿਵੇਂ ਤੁਹਾਡੀ ਆਗਿਆ ਹੋਵੇ। ਸ੍ਰੀ ਗੁਰੂ ਤੇਗ ਬਹਾਦਰ ਕਹਿਓ, ਇਸ ਤਰ੍ਹਾਂ ਇਹਦੀ ਗੱਲ ਸੁਣ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਹਮਨੇ ਦਵੈਸ਼ੀ ਕੋ ਨੈ ਲਹਿਓ, ਸਤਿਗੁਰੂ ਜੀ ਕਹਿੰਦੇ ਸਾਨੂੰ ਤੇ ਕੋਈ ਦਵੈਸ਼ੀ ਨਹੀਂ ਲੱਗਦਾ ਜਿਹੜਾ ਸਾਡੇ ਨਾਲ
ਖੋ ਖਾਂਦਾ ਹੋਵੇ, ਜਿਹੜਾ ਸਾਡੇ ਨਾਲ ਦੁਸ਼ਮਣੀ ਕਰਦਾ ਹੋਵੇ, ਸਾਨੂੰ ਕੋਈ ਨਹੀਂ ਦਿਸਦਾ ਇਹੋ ਜਿਹਾ। ਨਹਿ ਕਿਸਹੁ ਸੰਘਾਰਨ ਬਨਾ, ਤੇ ਨਾ ਹੀ ਕਿਸੇ ਨੂੰ ਮਾਰਨਾ ਬਣਦਾ ਹੈ। ਸਰਬ ਜੀਵ ਨਿਜ ਭਾਗਨ ਸਨ, ਇਹ ਸਾਰੇ ਜੀਵ ਜਿਹੜੇ ਆਪਣੇ ਆਪਣੇ ਭਾਗਾਂ ਦੇ ਸਹਿਤ ਹਨ। ਦੈਵ ਦੇਤ ਦੁਖ ਸੁਖ ਸਭ ਕਾਹੂ, ਹਾਂ, ਦੈਵ ਦੇਤ ਪਰਮੇਸ਼ਰ ਹੀ ਸਾਰਿਆਂ ਨੂੰ ਦੁੱਖ ਸੁੱਖ ਦਿੰਦਾ ਹੈ। ਨ ਦੋਸ਼ ਪਰ ਕਿਸ ਮਾਹੂ, ਹਾਂ, ਇਹ ਕਿਸੇ ਦਾ ਦੋਸ਼ ਨਹੀਂ ਹੈ ਇਹਦੇ ਵਿੱਚ। ਪੰਡਤ ਮੂਡ ਰਾਵ ਅਰ ਰੰਕਾ, ਭਾਵੇਂ ਕੋਈ ਪੰਡਤ ਪੜ੍ਹਿਆ ਲਿਖਿਆ ਵਿਦਵਾਨ ਹੈ, ਤੇ ਭਾਵੇਂ ਕੋਈ ਮੂਰਖ ਆ, ਭਾਵੇਂ ਕੋਈ ਰਾਜਾ, ਤੇ ਭਾਵੇਂ ਕੋਈ ਕੰਗਾਲ। ਸੋ ਕਿਸੀ ਸਕਾਲ ਕੋ ਡੰਕਾ, ਸਤਿਗੁਰੂ ਜੀ ਕਹਿੰਦੇ ਕਾਲ ਦਾ ਡੰਕਾ, ਮੌਤ ਦਾ ਡੰਕਾ ਸਾਰਿਆਂ ਦੇ ਸਿਰ ਤੇ ਹੈ। ਕਰਮ ਸ਼ੁਭਾ ਸ਼ੁਭ ਜੋ ਕਰ ਅੰਤ, ਜਿਹੜੇ ਵੀ ਸ਼ੁਭ ਤੇ ਅਸ਼ੁਭ ਕਰਮ ਕਰਦੇ ਹਨ ਜੀਵ, ਕੁਝ ਚੰਗੇ ਕਰਦੇ, ਕੁਝ ਮਾੜੇ ਕਰਦੇ ਹਨ। ਕਮਲੇ ਸੰਗ ਹੋਤ ਜਬ ਅੰਤ, ਜਦੋਂ ਇਹਦੇ ਸਰੀਰ ਦਾ ਅੰਤ ਹੋ ਜਾਂਦਾ, ਇਹ ਸ਼ੁਭ ਤੇ ਅਸ਼ੁਭ ਕਰਮ ਇਹਦੇ ਨਾਲ ਹੀ ਜਾਂਦੇ ਹਨ। ਕਾਰਨ ਕਰਨ ਏਕ ਕਰਤਾਰਾ, ਇਹ ਸਾਰੇ ਕਾਰਨਾਂ ਨੂੰ ਕਰਨ ਵਾਲਾ ਇੱਕ ਕਰਤਾਰ ਪਰਮੇਸ਼ਰ ਅਕਾਲ ਪੁਰਖ ਹੈ। ਤਿਸ ਆਗੇ ਕਿਆ ਜੀਵ ਵਿਚਾਰਾ, ਉਹਦੇ ਅੱਗੇ ਇਹ ਜੀਵ ਵਿਚਾਰਾ ਕੀ ਹੈ, ਇਹਦੀ ਕੋਈ ਵਾਹ ਪੇਸ਼ ਨਹੀਂ ਜਾਂਦੀ। ਮਾਰੇ ਰਾਖੇ ਸਭ ਕੋ ਸੋਏ, ਉਹੋ ਹੀ ਹੈ, ਸਾਰਿਆਂ ਨੂੰ ਮਾਰਨ ਵਾਲਾ ਵੀ ਉਹੋ ਹੀ ਹੈ, ਸਾਰਿਆਂ ਦੀ ਰੱਖਿਆ ਕਰਨ ਵਾਲਾ ਵੀ ਉਹੋ ਹੈ। ਜਾਂ ਤੇ ਰਹੀਏ ਤੋਸ਼ਨ ਹੋਏ, ਇਸ ਕਰਕੇ ਉਸ ਨੂੰ ਕਹਿੰਦੇ, ਉਸ ਪ੍ਰੇਤ ਨੂੰ ਕਹਿੰਦੇ, ਤੂੰ ਚੁੱਪ ਕੀਤਾ ਰਹਿ। ਸੁਣ ਕੇ ਪ੍ਰੇਤ ਵਿਚਾਰਤ ਭਇਓ, ਸੁਣ ਕਰਕੇ ਸਤਿਗੁਰੂ ਜੀ ਦੀ ਬਾਣੀ ਪ੍ਰੇਤ ਵਿਚਾਰਦਾ ਹੈ। ਸਰੀ ਗੁਰ ਬਸ ਮਮ ਟਿਕ ਥਿਓ, ਇਹ ਗੁਰੂ ਸਾਹਿਬ ਜੀ ਦਾ ਵਾਸਾ ਮੇਰੇ ਕੋਲ ਹੋਇਆ, ਮਾਨੋ ਮੇਰੇ ਘਰ ਆਏ ਹਨ। ਸੇਵਾ ਕਰੋ ਇਨੋ ਕੀ ਕੋਈ, ਇਸ ਕਰਕੇ ਮੈਂ ਕੋਈ ਨਾ ਕੋਈ ਸੇਵਾ ਕਰਾਂ ਇਹਨਾਂ ਦੀ। ਹੋਏ ਕਰਤਾਰਥ ਤਬ ਹੋਈ, ਫੇਰ ਹੀ ਮੈਂ ਕਰਤਾਰਥ ਹੋਵੇਗਾ, ਮੇਰੀ ਸਫਲਤਾ ਹੋ ਜਾਵੇਗੀ। ਅੰਤਰ ਧਿਆਨ ਭਇਓ ਤਤਕਾਲਾ, ਉਸ ਵੇਲੇ ਅੰਤਰ ਧਿਆਨ ਹੋ ਗਿਆ ਛੇਤੀ ਦੇ ਨਾਲ। ਗਮਨਿਓ ਜਹਾਂ ਬਾਜ਼ਾਰ ਬਸਾਲਾ, ਜਿੱਥੇ ਬਹੁਤਾ ਵੱਡਾ ਬਾਜ਼ਾਰ ਲੱਗਾ ਉੱਥੇ ਪਹੁੰਚ ਗਿਆ ਹੈ। ਖੋਜਤ ਫਿਰਤ ਵਿਚਾਰਤ ਸੋਏ, ਬਾਜ਼ਾਰ ਦੇ ਵਿੱਚ ਲੱਭਦਾ ਫਿਰਦਾ ਤੇ ਮਨ ਵਿੱਚ ਵਿਚਾਰਦਾ ਹੈ। ਤਿਨ ਕੇਤ ਲੈਮੋ ਵਥ ਕੋਏ, ਕਿ ਕੋਈ ਵਸਤੂ ਲਵਾਂ ਗੁਰੂ ਸਾਹਿਬ ਜੀ ਦੇ ਛਕਣ ਵਾਸਤੇ, ਜੋ ਮੁਝ ਕਰਤੇ ਭਸ਼ਨ ਕਰਹਿ, ਜਿਹੜੀ ਮੇਰੇ ਹੱਥਾਂ ਤੋਂ ਲੈ ਕੇ ਤੇ ਖਾ ਸਕਣ, ਜਿਸ ਮੈਂ ਦੂਸ਼ਣ ਕੋ ਨ ਧਰੇ, ਜਿਹਦੇ ਵਿੱਚ ਕੋਈ ਵੀ ਦੂਸ਼ਣ ਨਾ ਰੱਖਣ। ਪਾਕਿਓ ਅੰਨ ਅਨੇਕ ਪ੍ਰਕਾਰਾ, ਅਨੇਕ ਤਰ੍ਹਾਂ ਦਾ ਅਨਾਜ ਪਕਾ ਕੇ ਭਾਵ ਮਠਿਆਈ ਆਦਿਕ ਬਣਾ ਕੇ ਰੱਖੀ ਹੋਈ ਹੈ। ਮਮ ਕਰਤੇ ਨ ਕਰੇ ਆਹਾਰਾ, ਇਹ ਇਹਨਾਂ ਮੇਰੇ ਹੱਥਾਂ ਤੋਂ ਲੈ ਕੇ ਨਹੀਂ ਛਕਣੀ। ਨਾਹੇ ਤਾਂ ਬਣੀ ਪਰੀ ਸੋ ਮਠਾਈ, ਨਹੀਂ ਤੇ ਇਹ ਜਿਹੜੀ ਮਠਿਆਈ ਬਣੀ ਪਈ ਹੈ, ਵਿਵਿਧ ਭਾਂਤ ਹਟਨ ਹਲਵਾਈ, ਨਾਨਾ ਤਰ੍ਹਾਂ ਦੀਆਂ ਦੁਕਾਨਾਂ ਹਲਵਾਈਆਂ ਦੀਆਂ, ਉਹਨਾਂ ਦੀਆਂ ਹੱਟੀਆਂ ਤੇ ਦੁਕਾਨਾਂ ਤੇ ਬਣੀ ਪਈ ਮਠਿਆਈ ਨਾਨਾ ਤਰ੍ਹਾਂ ਦੀ। ਲੈ ਪਹੁੰਚਾਵਤ ਅਚੇ ਸੁਖਾਰੇ, ਮੈਂ ਲੈ ਕੇ ਤੇ ਪਹੁੰਚਾ ਦੇਵਾਂ ਇਹਨਾਂ ਕੋਲ, ਇਹ ਸੁੱਖ ਨਾਲ ਛਕ ਲੈਣ। ਨਿਜ ਪ੍ਰਸੰਨਤਾ ਮੋ ਪਰ ਧਾਰੇ, ਆਪਣੀ ਬਹੁਤੀ ਪ੍ਰਸੰਨਤਾ ਮੇਰੇ ਉੱਤੇ ਕਰਨਾ ਕਰਨ। ਅਪਰਵਤ ਕਿਆ ਲੇਵੋ ਐਸੇ, ਇਹ ਇਹਨਾਂ ਨੇ ਛਕਣੀ ਨਹੀਂ। ਇਸ ਤਰ੍ਹਾਂ ਮਨ ਵਿੱਚ ਸੋਚਦਾ ਵੀ ਹੋਰ ਕਿਹੜੀ ਵਸਤੂ ਲੈਣਾ ਕਰਾਂ। ਅਚਵੇਂ ਗੁਰੂ ਚਾਹੇ ਚਿਤ ਜੈਸੇ, ਜਿਸ ਤਰ੍ਹਾਂ ਜੈਸੀ ਗੁਰੂ ਸਾਹਿਬ ਜੀ ਨੂੰ ਚਿੱਤੋਂ ਚਾਹ ਹੋਵੇ ਤੇ ਛਕ ਲੈਣ। ਸਕਲ ਬਾਜ਼ਾਰ ਖੋਜਬੋ ਕਰਿਓ, ਇਸ ਤਰ੍ਹਾਂ ਸਾਰੇ ਬਾਜ਼ਾਰ ਵਿੱਚ ਵਿਚਰਦਾ ਹੈ, ਲੱਭਦਾ ਹੈ। ਏਕ ਦੁਕਾਨ ਆਨ ਕੈ ਥਰਿਓ, ਇੱਕ ਦੁਕਾਨ ਤੇ ਆਣ ਖਲੋਤਾ। ਮੇਵਾ ਹੁਤ ਵਲਾਇਤ ਕੇਰਾ, ਬੜੇ ਸੁੰਦਰ ਦੂਰ ਦੇਸ਼ਾਂ ਦੇ ਮੇਵੇ ਸਨ ਉੱਥੇ। ਭਾਂਤ ਬਾਦ ਮਾਦਰ ਫਲ ਹੇਰਾ, ਭਾਂਤਾਂ ਭਾਂਤਾਂ ਦੇ ਬੜੇ ਮਿੱਠੇ ਫਲ ਸਨ। ਸੇਵ ਸੰਦੋਰੇ ਅਰ ਜਰਦਾਲੂ, ਇਸ ਤਰ੍ਹਾਂ ਸੇਬ ਨੇ, ਸੰਧੂਰੀ ਜਿਨ੍ਹਾਂ ਦਾ ਰੰਗ ਹੈ, ਤੇ ਜਰਦਾਲੂ ਹਨ। ਨਾਸ਼ਪਾਤੀ ਪਿਸਤਾ ਰਸ ਆਲੂ, ਇਸੇ ਤਰ੍ਹਾਂ ਨਾਸ਼ਪਾਤੀਆਂ ਨੇ, ਪਿਸਤਾ ਪਿਆ ਹੋਇਆ, ਰਸ ਆਲੂ, ਰਸਾਲੂ ਅੰਬ ਨੂੰ ਵੀ ਕਹਿ ਦਿੰਦੇ ਹਨ। ਇਸ ਤਰ੍ਹਾਂ ਤੇ ਜਾਂ
ਰਸਾਲ ਅੰਬ ਨੂੰ ਕਹਿੰਦੇ ਨੇ, ਤੇ ਫਾਰਸੀ ਦੇ ਵਿੱਚ ਨਾ ਅਲੂਚੇ ਨੂੰ ਵੀ ਆਲੂ ਕਹਿ ਦਿੰਦੇ ਹਨ। ਸੰਗਤਰੇ ਦਾਰਮ ਸ਼ੁਭ ਦਾਨੇ। ਇਸੇ ਤਰ੍ਹਾਂ ਸੰਗਤਰੇ ਦਾਰਮ ਅਨਾਰ ਬੜੇ ਸੋਹਣੇ ਦਾਣਿਆਂ ਵਾਲੇ। ਨਾਨਾ ਪਾਤਨ ਕੇ ਰਸ ਮਾਨੇ। ਨਾਨਾ ਤਰ੍ਹਾਂ ਦੇ ਬੜੇ ਰਸ ਭਰੇ ਹਨ। ਤਿੰਨ ਦੇਖ ਕੇ ਪ੍ਰੇਤ ਵਿਚਾਰਾ। ਇਹਨਾਂ ਚੀਜ਼ਾਂ ਵੱਲ ਵੇਖਿਓ ਪ੍ਰੇਤ ਨੇ ਵਿਚਾਰਿਆ। ਤਿੰਨ ਲੈ ਚਲੋ ਜੋ ਕਰੇ ਹਾਰਾ। ਇਹ ਚੀਜ਼ਾਂ ਲੈ ਜਾਣਾ ਜੇ ਇਹ ਛਕ ਲੈਣਗੇ ਗੁਰੂ ਸਾਹਿਬ ਜੀ ਭੋਜਨ ਇਹਨਾਂ ਦਾ। ਮੋਰ ਹੱਥ ਤੇ ਦੂਸ਼ਿਤ ਹੋਏ ਨਾ। ਇਹ ਮੇਰੇ ਹੱਥਾਂ ਦੇ ਨਾਲ ਦੂਸ਼ਿਤ ਨਹੀਂ ਹੋਣੀਆਂ ਚੀਜ਼ਾਂ। ਇਹ ਤੇ ਬਿਨਾ ਅਪਰਵਿਦ ਕੋਏ ਨਾ। ਇਹਨਾਂ ਤੋਂ ਬਿਨਾ ਹੋਰ ਕੋਈ ਗੱਲ ਨਹੀਂ, ਹੋਰ ਕੋਈ ਵਿਧੀ ਨਹੀਂ ਜੋ ਮੈਂ ਖੜਾਂ ਤੇ ਛਕ ਲੈਣ। ਉਚਿਤ ਆਹਾਰ ਪ੍ਰਮਾਣ ਉਚਾਵਾ। ਇਸ ਕਰਕੇ ਜਿੰਨਾ ਕੁ ਚਾਹੀਦਾ ਸੀ ਨਾ ਉਚਿਤ ਯੋਗ ਭੋਜਨ ਉਹਨਾਂ ਕੁ ਚੀਜ਼ਾਂ ਚੁੱਕ ਲਈਆਂ। ਨਾਨਾ ਬਿਦੁਕ ਜੋ ਮਨ ਭਾਵਾ। ਨਾਨਾ ਬਿਦਾਂ ਦੇ ਉਹ ਫਲ ਜਿਹੜੇ ਜੋ ਮਨ ਨੂੰ ਭਾਏ ਲੈ ਲੈਣਾ ਕੀਤੇ। ਪੁਨ ਪਾਉਂਦੇ ਗਏ ਲੈ ਕਰ ਹਾਥ। ਉਹਨਾਂ ਫਿਰ ਪੋਨੇ ਵੀ ਫੜ ਲਏ, ਕੁਝ ਗੰਨੇ ਫੜ ਲੈਣਾ ਕੀਤੇ। ਆਵਤ ਭਇਓ ਬੇਗ ਵੱਡ ਸਾਥ। ਹਾਂ, ਬੜੇ ਬੇਗ ਛੇਤੀ ਦੇ ਨਾਲ ਆਣ ਪਹੁੰਚਿਆ ਹੈ। ਸ੍ਰੀ ਗੁਰ ਕੇ ਤਰਦੀਨ ਅਗਾਰੀ। ਹਾਂ, ਸਤਿਗੁਰੂ ਸਾਹਿਬ ਜੀ ਦੇ ਅੱਗੇ ਲਿਆਣ ਰੱਖੀਆਂ ਇਹ ਵਸਤੂਆਂ। ਭਇਓ ਦੀਨ ਬਿਨ ਉਚਾਰੀ। ਬਹੁਤਾ ਦੀਨ ਨਿਮਾਣਾ ਹੋ ਕੇ ਤੇ ਬੇਨਤੀ ਕਰਦਾ ਹੈ। ਅੰਗੀਕਾਰ ਕਰੋ ਇਹ ਮੇਵਾ। ਸੱਚੇ ਪਾਤਸ਼ਾਹ ਕਿਰਪਾ ਕਰੋ, ਆ ਮੇਵੇ ਤੁਹਾਡੇ ਵਾਸਤੇ ਛਕਣ ਲਈ ਲੈ ਕੇ ਆਇਆ, ਇਹ ਆਪ ਜੀ ਅੰਗੀਕਾਰ ਕਰ ਲੈਣਾ ਕਰੋ। ਮਨੋ ਕਰਤਾਰਥ ਮੈਂ ਕਰ ਸੇਵਾ। ਤੇ ਮੈਂ ਆਪ ਜੀ ਦੀ ਸੇਵਾ ਕਰਕੇ ਸਫਲ ਹੋ ਜਾਵਾਂ। ਭਾਗ ਜਗੇ ਪੂਰਬ ਅਬ ਮੇਰੇ। ਇਹ ਤੇ ਕੋਈ ਪਿਛਲੇ ਜਨਮਾਂ ਦੇ ਕੋਈ ਚੰਗੇ ਮੇਰੇ ਭਾਗ ਜਿਹੜੇ ਉਹ ਜਾਗੇ ਹਨ। ਇਹਾਂ ਏਕਾਕੀ ਤੁਮ ਕੋ ਹੀਰੇ। ਜੋ ਇੱਥੇ ਮੈਂ ਇਕਾਂਤ ਵਿੱਚ ਤੁਹਾਨੂੰ ਵੇਖਣਾ ਕੀਤਾ, ਤੁਹਾਡੇ ਦਰਸ਼ਨ ਹੋਏ ਨੇ। ਹੁਣ ਤੁਮ ਪਏ ਪ੍ਰਾਹੁਣਚਾਰੀ। ਫਿਰ ਤੁਸੀਂ ਪ੍ਰਾਹੁਣੇ ਆਏ ਹੋ ਮੇਰੇ ਘਰ ਵਿੱਚ ਤੇ ਮੈਨੂੰ ਪ੍ਰਾਹੁਣਾਚਾਰੀ ਕਰਨੀ ਬਣਦੀ ਹੈ। ਬਾਤੋ ਤੋ ਮੈਂ ਇਹਾਂ ਅਗਾਰੀ। ਮੈਂ ਤੁਹਾਡੇ ਤੋਂ ਪਹਿਲਾਂ ਹੀ ਇੱਥੇ ਵਸਦਾ ਰਹਿੰਦਾ ਹਾਂ। ਆਮਨਿਆ ਜੀ ਆਪ ਕੋ ਭਇਓ। ਤੇ ਆਪ ਜੀ ਦਾ ਇੱਥੇ ਅੱਜ ਆਉਣਾ ਹੋਇਆ ਹੈ। ਮੈਂ ਬੜ ਭਾਗ ਜਾਨ ਨਿਜ ਲਿਓ। ਮੈਂ ਜਾਣ ਲਿਆ ਵੀ ਮੇਰੇ ਬਹੁਤੇ ਵੱਡੇ ਭਾਗ ਹਨ। ਤਿਨ ਬਿਨਤੀ ਸੁਨ ਕੇ ਤਿਸ ਕੇਰੀ। ਇਸ ਤਰ੍ਹਾਂ ਬੇਨਤੀ ਸੁਣ ਕਰਕੇ ਉਸ ਪ੍ਰੇਤ ਦੀ ਕਿਰਪਾ ਦ੍ਰਿਸ਼ਟ ਸਰੀ ਸਤਿਗੁਰ ਹੇਰੀ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕਣਾ ਕੀਤਾ। ਦੀਨ ਜਾਨ ਅੰਗੀਕ੍ਰਿਤ ਕੀਨਸ। ਦੀਨ ਜਾਣ ਕੇ ਨਾ ਵੀ ਬੜੀ ਦੀਨ ਨਿਮਰਤਾ ਦੇ ਨਾਲ ਲੈ ਕੇ ਆਇਆ, ਇਹਦੀਆਂ ਵਸਤੂਆਂ ਅੰਗੀਕਾਰ ਕੀਤੀਆਂ ਸਤਿਗੁਰੂ ਜੀ ਨੇ। ਮੇਵਾ ਅਚਨ ਹੇਤ ਕਰ ਲੀਨਸ। ਉਹ ਜਿਹੜੇ ਮੇਵੇ ਸਨ ਛਕਣ ਵਾਸਤੇ ਹੱਥ ਵਿੱਚ ਫੜ ਲਏ। ਰੁਚਿਓ ਜਿਤਕ ਸੁਕੀਨ ਆਹਾਰਾ। ਜਿੰਨੀ ਕੁ ਰੁਚੀ ਸੀ ਉਹਦੇ ਅਨੁਸਾਰ ਛਕ ਲੈਣਾ ਕੀਤੇ। ਪਰਿਓ ਰਹਿਓ ਜੋ ਤਹਾਂ ਬਿਥਾਰਾ। ਤੇ ਜੋ ਬਾਕੀ ਸੀ ਉੱਥੇ ਪਿਆ ਰਿਹਾ ਹੈ। ਪੁੰਨ ਪੁੰਨੇ ਕੋ ਚੂਪਣ ਲਾਗੇ। ਉਹਨਾਂ ਇੱਕ ਗੰਨਾ ਲੈ ਕੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਚੂਸਣ ਲੱਗੇ ਹਨ। ਸ਼ੀਲਕ ਡਾਰਤ ਹੈ ਕੁਛ ਆਗੇ। ਤੇ ਛਿੱਲ ਉਹਨੂੰ ਛਿੱਲਦੇ ਨੇ ਤੇ ਛਿੱਲਾਂ ਅੱਗੇ ਸੁੱਟੀ ਜਾਂਦੇ ਹਨ। ਵੈਰ ਹਵੇਲੀ ਤੇ ਕੁਛ ਡਾਰੇ। ਇਸੇ ਤਰ੍ਹਾਂ ਕੁਝ ਛਿੱਲਾਂ ਬਾਹਰ ਵੀ ਸੁੱਟਦੇ ਹਵੇਲੀ ਤੋਂ। ਸਮੁਖ ਪ੍ਰੇਤ ਗੁਰ ਦਰਸ਼ਨ ਹਾਰੇ। ਉਹ ਪ੍ਰੇਤ ਸਤਿਗੁਰੂ ਜੀ ਦੇ ਸਨਮੁਖ ਬੈਠਾ ਦਰਸ਼ਨ ਕਰਦਾ। ਅਜਕ ਪ੍ਰਸੰਨ ਹੋਤ ਮਨ ਮਾਹੂ। ਬਹੁਤਾ ਖੁਸ਼ ਹੁੰਦਾ ਮਨ ਦੇ ਵਿੱਚ। ਚਿਤਵਤ ਹਿਰਦੇ ਦੁਖ ਅਬਦਾਹੂ। ਔਰ ਚਿਤਵਤ ਮਨ ਵਿੱਚ ਸੋਚਦਾ ਵੀ ਹੁਣ ਮੇਰਾ ਦੋਸ਼ ਜਿਹੜਾ ਸਾੜ ਦੇਣਗੇ, ਹੁਣ ਮੇਰੇ ਪਾਪ ਜਿਹੜੇ ਨੇ ਨਾਸ ਕਰ ਦੇਣਗੇ। ਸ੍ਰੀ ਗੁਰੂ ਤੇਗ ਬਹਾਦਰ ਫੇਰ। ਇਸ ਤਰ੍ਹਾਂ ਇਹ ਮਨ ਵਿੱਚ ਸੋਚਦਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ ਕਿਰਪਾ ਦ੍ਰਿਸ਼ਟ ਕੋ ਹੇਰ। ਸਤਿਗੁਰੂ ਸਾਹਿਬ ਜੀ ਨਾ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕ ਕੇ ਤੇ ਬੋਲੇ ਹਨ। ਕੋ ਕਰਮ ਤੈ ਤਬੇ ਕਮਾਵਾ। ਕਹਿਣ ਲੱਗੇ ਵੀ ਕਿਹੜਾ ਖੋਟਾ ਕਰਮ ਤੂੰ ਕਰਨਾ ਕੀਤਾ ਹੈ, ਜਿਸ ਤੇ ਪ੍ਰੇਤ ਜੂਨ ਤਨ ਪਾਵਾ। ਜਿਸ ਕਰਕੇ ਤੂੰ ਆ ਪ੍ਰੇਤ ਜੂਨੀ ਪਾਉਣਾ ਕੀਤੀ ਹੈ। ਇਹ ਤੈਨੂੰ
ਜਿਹੜਾ ਹੈ ਪ੍ਰਾਪਤ ਹੋਈ ਜੋਨ ਪ੍ਰੇਤਾਂ ਵਾਲੀ, ਇਹ ਕਿਹੜਾ ਕੋ ਕਰਮ ਤੂੰ ਕਰ ਬੈਠਾ ਹੈ। ਸੁਣ ਕਰ ਹਾਥ ਬੰਦ ਤਬ ਕਹਿਓ, ਸੁਣ ਕਰਕੇ ਨਾ ਸਤਿਗੁਰੂ ਜੀ ਦਾ ਬਚਨ ਹੱਥ ਜੋੜ ਕੇ ਕਹਿਣ ਲੱਗਾ, ਇਸ ਕੋ ਕਰਮ ਤੇ ਆਸ ਤਨ ਲਹਿਓ। ਕਹਿਣ ਲੱਗਾ ਜੀ ਆਹ ਕੋ ਕਰਮ ਕੀਤਾ ਮੈਂ, ਜਿਸ ਕਰਕੇ ਮੈਨੂੰ ਆਹ ਜੋਨ ਪ੍ਰਾਪਤ ਹੋਈ ਪ੍ਰੇਤ ਵਾਲੀ, ਉਹ ਕਿਹੜਾ ਕੋ ਕਰਮ ਹੈ ਅੱਗੇ ਦੱਸਦਾ ਹੈ। ਪਰਿਓ ਸ਼ਰੀਕਨ ਮੈਂ ਵੱਡ ਝਗੜਾ, ਕਹਿਣ ਲੱਗਾ ਵੀ ਸ਼ਰੀਕਾਂ ਦੇ ਵਿੱਚ ਨਾ ਝਗੜਾ ਪੈ ਗਿਆ ਸਾਡੀ ਬਰਾਦਰੀ ਦੇ ਵਿੱਚ। ਵਿਰਸਾ ਮੋਰ ਹਟਾਵਤ ਸਗਰਾ, ਉਹ ਜਿਹੜਾ ਮੇਰਾ ਹੱਕ ਬਣਦਾ ਸੀ ਨਾ, ਜਿਹੜਾ ਮੇਰਾ ਹਿੱਸਾ ਬਣਦਾ ਸੀ, ਉਹਨਾਂ ਨੇ ਕੱਟ ਹੀ ਦਿੱਤਾ ਵਿੱਚੋਂ। ਤਬ ਮੈਂ ਕਰਕੇ ਕੂਰੋ ਧਰਮ, ਉਦੋਂ ਫਿਰ ਮੈਂ ਕੂਰੋ ਧਰਮ, ਕੂੜੋ ਧਰਮ ਭਾਵ ਝੂਠੀ ਸਹੁੰ ਖਾਧੀ। ਸਹੁੰ ਖਾਣੀ ਚੰਗੀ ਗੱਲ ਨਹੀਂ, ਪਰ ਜਿਹੜੀ ਝੂਠੀ ਖਾ ਲੈਣੀ ਉਹ ਤੇ ਸਭ ਕੁਝ ਹੀ ਬਰਬਾਦ ਕਰ ਦਿੰਦੀ ਨਾ ਮਨੁੱਖ ਦਾ। ਤੇ ਕਈ ਵਾਰ ਬੰਦਾ ਨਾ ਲਾਲਚ ਜਿਹਦੇ ਵਿੱਚ ਆ ਜਾਂਦਾ, ਲਾਲਚ 'ਚ ਆਂਦਾ ਕੋਈ ਗੱਲ ਨਹੀਂ, ਇੰਨੇ ਲੋਕ ਖਾਈ ਜਾਂਦੇ ਸਮਾਂ ਤੂੰ ਵੀ ਖਾ ਲਾ ਫਿਰ ਕੀ ਹੋ ਜੂ। ਸੋਚਦਾ ਨਹੀਂ ਉਦੋਂ, ਪਰ ਉਦੋਂ ਸਹੁੰ ਖਾ ਲੈਂਦਾ ਤੇ ਜਦੋਂ ਕਿਤੇ ਉਹਦਾ ਫਲ ਮਿਲਦਾ ਨਾ ਫਿਰ ਚੀਕਾਂ ਬੜੀਆਂ ਨਿਕਲਦੀਆਂ ਜੇ। ਫਿਰ ਇਹੋ ਜਿਹੇ ਕਹਿੰਦੇ ਅਸੀਂ ਤੇ ਮਾੜਾ ਨਹੀਂ ਕੋਈ ਕੀਤਾ, ਪਤਾ ਨਹੀਂ ਸਾਡੇ ਨਾਲ ਹੋ ਕੀ ਗਿਆ, ਅਸੀਂ ਨਹੀਂ ਕਿਸੇ ਦਾ ਮਾੜਾ ਕੀਤਾ, ਇਸ ਤਰ੍ਹਾਂ ਕਹਿੰਦੇ ਨੇ। ਤੇ ਇਹ ਦੱਸਣ ਲੱਗਾ, ਕਹਿੰਦਾ ਮਹਾਰਾਜ ਮੇਰਾ ਵੀ ਹੱਕ ਮਾਰੀ ਜਾਂਦੇ ਸਨ ਤੇ ਮੈਂ ਨਾ ਝੂਠੀ ਸਹੁੰ ਖਾਧੀ ਉੱਥੇ। ਸਭ ਕੇ ਮਨ ਉਪਜਾਇਓ ਭਰਮ, ਤੇ ਸਾਰਿਆਂ ਦੇ ਮਨ ਵਿੱਚ ਭਰਮ ਪੈਦਾ ਕਰ ਦਿੱਤਾ। ਮੈਂ ਦਾਅਵਾ ਕਰ ਦਿੱਤਾ ਵੀ ਇਹ ਸਾਰੀ ਜਗ੍ਹਾ ਹੀ ਮੇਰੀ ਆ। ਤੇ ਹੁਣ ਉਹ ਪੁੱਛਦੇ ਨਾ ਵੀ ਕੀ ਸਬੂਤ ਆ, ਕਹਿੰਦਾ ਮੈਂ ਸਹੁੰ ਖਾਨਾ। ਜਦੋਂ ਕੋਈ ਸਹੁੰ ਹੀ ਖਾ ਜੇ, ਦੂਜੇ ਫਿਰ ਚੁੱਪ ਜੇ ਹੋ ਜਾਂਦੇ ਵੀ ਹੁਣ ਸਹੁੰ ਹੀ ਖਾ ਗਿਆ, ਹੁਣ ਕੀ ਕਰਾਂਗੇ। ਕਹਿੰਦਾ ਮੈਂ ਧਰਮ ਦੀ ਖਾ ਲਈ ਸਹੁੰ, ਪਰ ਖਾਧੀ ਝੂਠੀ, ਤੇ ਸਾਰਿਆਂ ਦੇ ਮਨ 'ਚ ਪੈ ਗਿਆ ਭਰਮ। ਝਗੜਾ ਲਿਓ ਜੀਤ ਮੈਂ ਸਾਰੋ, ਇਸ ਤਰ੍ਹਾਂ ਸਾਰਾ ਹੀ ਝਗੜਾ ਜਿੱਤ ਲਿਆ। ਉਹ ਜਿਹੜੇ ਫੈਸਲਾ ਕਰਾਉਣ ਡਏ ਸਨ, ਉਹਨਾਂ ਦੇ ਕੋਲ ਵੀ ਆਖਿਆ ਵੀ ਮੈਂ ਸਹੁੰ ਖਾਨਾ ਵੀ ਇਹ ਜਗ੍ਹਾ ਮੇਰੀ ਹੈ ਸਾਰੀ, ਇਹ ਸਾਰਾ ਮੇਰਾ ਹੱਕ ਹੈ, ਇਹ ਸਾਰੀ ਜਾਇਦਾਦ ਮੇਰੀ ਹੈ, ਮੈਂ ਮਾਲਕ ਹਾਂ। ਤੇ ਫੈਸਲਾ ਕਰਾਉਣ ਵਾਲਿਆਂ ਦੇ ਵੀ ਕਿਵੇਂ, ਕਹਿੰਦਾ ਮੈਂ ਸਹੁੰ ਖਾਨਾ, ਜਾਂ ਇਹਨਾਂ ਨੂੰ ਕਹਿ ਦਿਓ ਖਾ ਦੇਣ। ਇਸ ਤਰ੍ਹਾਂ ਕਰਦੇ ਨਾ ਲੋਕੀ, ਝੂਠੀਆਂ ਸਹੁੰਆਂ ਖਾਣ ਵਾਲੇ ਬੜੀ ਛੇਤੀ ਤੁਰਦੇ ਜੇ, ਆਓ ਸਹੁੰ ਖਾਈਏ। ਤੇ ਕਹਿੰਦਾ ਮੈਂ ਸਹੁੰ ਖਾਧੀ। ਉਹ ਜਿਹੜੇ ਫੈਸਲਾ ਕਰਾਉਣ ਵਾਲੇ ਉਹਨਾਂ ਦੇ ਮਨ 'ਚ ਵੀ ਭਰਮ ਪੈ ਗਿਆ ਵੀ ਹੁਣ ਸਹੁੰ ਖਾ ਗਿਆ, ਹੁਣ ਝੂਠ ਥੋੜ੍ਹਾ ਬੋਲਦਾ ਹੋਊਗਾ, ਜਿਹੜਾ ਸਹੁੰ ਹੀ ਖਾ ਗਿਆ ਝੂਠ ਨਹੀਂ ਬੋਲ ਸਕਦਾ। ਤੇ ਉਹਨਾਂ ਦੇ ਮਨ 'ਚ ਭਰਮ ਪੈ ਗਿਆ, ਇਹ ਝਗੜਾ ਸਾਰਾ ਮੈਂ ਜਿੱਤ ਲੈਣਾ ਕੀਤਾ। ਲੱਗੇ ਪਾਪ ਨਰ ਦੇ ਵਿਚਾਰ, ਤੇ ਝੂਠ ਦੀ ਸਹੁੰ ਮੇਰੇ ਮਨ 'ਚ ਲਾਲਚ ਆ ਗਿਆ ਵੀ ਇੰਨੀ ਜਾਇਦਾਦ ਮਿਲ ਜਾਣੀ ਆ, ਇਹ ਲਾਲਚ ਤੇ ਆ ਗਿਆ। ਪਰ ਇਹ ਨਾ ਸੋਚਿਆ ਵੀ ਇਹਦਾ ਪਾਪ ਵੀ ਬੜਾ ਵੱਡਾ ਲੱਗਣਾ। ਹੁਣ ਜਦੋਂ ਝੂਠੀ ਸਹੁੰ ਖਾਂਦਾ, ਖਾਂਦਾ ਕਾਹਦੇ ਵਾਸਤੇ ਵੀ ਜਾਂ ਤੇ ਮੇਰੀ ਇੱਜ਼ਤ ਬਚ ਜੂ, ਝੂਠੀ ਸਹੁੰ ਖਾਂਦਾ, ਇਹਨੇ ਯਕੀਨ ਆ ਜੂ ਇਹਨੂੰ ਮੇਰੇ ਤੇ। ਉਹਨੂੰ ਕਿਹੜਾ ਪਤਾ ਵੀ ਸਹੁੰ ਖਾਣ ਡਿਆ, ਝੂਠੀ ਖਾਣ ਡਿਆ ਕਿ ਨਹੀਂ। ਮੈਂ ਸਹੁੰ ਖਾਨਾ, ਤੇ ਜਦੋਂ ਅਗਲਾ ਸੁਣਦਾ ਵੀ ਸਹੁੰ ਖਾਣ ਡਿਆ, ਕਹਿੰਦਾ ਸੱਚ ਹੀ ਕਹਿੰਦਾ ਹੋਣਾ, ਫਿਰ ਭਾਵੇਂ ਝੂਠੀ ਖਾਂਦਾ ਹੋਵੇ। ਕਹਿੰਦਾ ਇੱਕ ਲਾਲਚ ਤੇ ਮੇਰੇ ਮਨ 'ਚ ਆਇਆ ਵੀ ਜਾਇਦਾਦ ਸਾਰੀ ਮਿਲ ਜਾਣੀ, ਇਸ ਗੱਲ ਦਾ ਵਿਚਾਰਿਆ ਇਹਨਾਂ ਵੀ ਪਾਪ ਵੀ ਬੜਾ ਵੱਡਾ ਸਿਰ ਤੇ ਚੜ੍ਹਨਾ ਹੈ। ਕਿਸੇ ਦੋਸ਼ ਤੇ ਆਸ ਮੈਂ ਭਇਓ, ਉਹ ਜਾਇਦਾਦ ਤੇ ਭਾਵੇਂ ਮੈਂ ਉਦੋਂ ਲੈ ਲਈ, ਫੈਸਲਾ ਆਪਦੇ ਹੱਕ ਵਿੱਚ ਕਰਾ ਲਿਆ, ਲੋਕਾਂ 'ਚ ਵੀ ਬੱਲੇ ਬੱਲੇ ਹੋ ਗਈ ਵੀ ਇਹੋ ਹੀ ਸੱਚਾ, ਦੂਜੇ ਤੇ ਐਵੇਂ ਝਗੜਾ ਕਰਦੇ ਇਹਦੇ ਨਾਲ, ਇਹ ਝੂਠੇ ਹੀ ਐਵੇਂ ਇਹਦੇ ਨਾਲ ਖਾਈ ਜਾਂਦੇ, ਸੱਚਿਆਂ ਨੂੰ ਵੀ ਝੂਠੇ ਕਰ ਦਿੱਤਾ, ਉਹਨਾਂ ਦਾ ਵੀ ਹੱਕ ਮਾਰ ਗਿਆ। ਤੇ ਕਹਿੰਦਾ ਇਹੋ ਹੀ ਮਹਾਰਾਜ ਮੇਰੇ ਤੋਂ ਕੋ ਕਰਮ ਹੋਇਆ ਜੇ, ਝੂਠੀ ਸਹੁੰ ਖਾਧੀ ਤੇ ਉਹਦਾ ਕੋ ਕਰਮ ਦਾ ਫਲ ਮੈਨੂੰ ਆ ਮਿਲਿਆ ਵੀ ਪ੍ਰੇਤ ਜੋਨ ਵਿੱਚ ਆਇਆ ਹਾਂ। ਜੇ ਜੋਨੀ ਮੈਂ ਬਹੁਤ ਦੁੱਖ ਥਇਓ, ਇਸ ਜੂਨ ਵਿੱਚ ਬਹੁਤੇ ਵੱਡੇ ਦੁੱਖ ਹਨ। ਆਪ ਕਰੋ ਕਰਨਾ ਜੇ ਮੋਹੇ, ਹੁਣ ਜੇ ਆਪ ਜੀ ਮੇਰੇ ਤੇ ਕਿਰਪਾ ਕਰ ਦਿਓ, ਦੇਹੋ ਛਡਾਏ ਮਹਾ ਸੁਖ ਹੋਏ, ਤੇ ਕਿਰਪਾ ਕਰ ਦਿਓ ਮੈਨੂੰ ਛਡਾ ਦਿਓ ਇਸ ਜੂਨ ਵਿੱਚੋਂ, ਬਹੁਤਾ ਸੁਖ ਪ੍ਰਾਪਤ ਹੋਵੇ ਮੈਨੂੰ। ਸੁਣ ਸਰੇ ਮੁਖ ਤੇ ਬਾਕ ਬਖਾਨੇ, ਸੁਣ ਕਰਕੇ ਨਾ ਇਸ ਦੀ ਗੱਲ ਸੁਭਾਏਮਾਨ ਮੁਖ ਤੋਂ ਸਤਿਗੁਰੂ ਜੀ ਨੇ ਬਚਨ ਕੀਤਾ। ਪਰੇ ਚੁਪਾਕ ਚੂਪ ਹਿਤ ਠਾਨੇ, ਕਹਿਣ ਲੱਗੇ ਆ ਜਿਹੜੇ ਅਸੀਂ ਛਿੱਲਾਂ ਸੁੱਟੀਆਂ ਨਾ, ਇਹ ਚੂਪ ਲੈਣਾ ਕਰ ਪਿਆਰ ਨਾਲ। ਸੇਵ ਕਰੀ ਤਾਂ ਕੋ ਫਲ ਲੀਜੈ, ਤੇ ਤੂੰ ਸਾਡੀ ਸੇਵਾ ਕੀਤੀ ਐ,
ਇਹਦਾ ਫਲ ਹੁਣ ਤੈਨੂੰ ਪ੍ਰਾਪਤ ਹੋਵੇਗਾ। ਹੋਰ ਜੂਨ ਤੇ ਛੁਟਬੋ ਕੀਜੈ, ਇਸ ਭਿਆਨਕ ਜੂਨ ਤੋਂ ਤੇਰਾ ਛੁਟਕਾਰਾ ਹੋ ਜਾਵੇਗਾ। ਸੁਣਤ ਚੁਪਾਕ ਚੂਪ ਤਿਨ ਲੀਨੇ, ਸੁਣ ਕਰਕੇ ਸਤਿਗੁਰੂ ਜੀ ਦਾ ਬਚਨ ਉਹ ਛਿੱਲਾਂ ਨੇ ਚੂਪ ਲੈਣਾ ਕੀਤੀਆਂ। ਨਾਨਾ ਵਿਵਿਧਨ ਸਵਾਦ ਰਸ ਕੀਨੇ, ਨਾਨਾ ਵਿਧਾਂ ਦਾ ਸਵਾਦ ਇਹਨੂੰ ਆਇਆ ਬੜਾ ਰਸਦਾਇਕ। ਤਤ ਛਿਨ ਤਜ ਕੈ ਸਕਲ ਬਖਾਦ, ਉਸੇ ਵੇਲੇ ਸਾਰੇ ਬਿਖਾਦ ਛੱਡ ਕੇ, ਸਾਰੇ ਦੁੱਖ ਛੱਡ ਕਰਕੇ ਉਤਮ ਗਤ ਪ੍ਰਾਪਤ ਆਹਿ ਲਾਦ, ਉੱਤਮ ਗਤ ਦੀ ਇਹਨੂੰ ਪ੍ਰਾਪਤੀ ਹੋਈ, ਬੜਾ ਖੁਸ਼ ਹੋਇਆ। ਬੋਰ ਸਤਿਗੁਰੂ ਸਿੱਖ ਕੋ ਪਾਏ, ਬੋਰੋਂ ਸਤਿਗੁਰੂ ਸਾਹਿਬ ਜੀ ਨੇ ਸੁਖ ਦੇ ਸਹਿਤ ਸੈਨ ਕਰੀ ਜੁਗ ਨੈਣ ਮਲਾਏ, ਸਤਿਗੁਰੂ ਸਾਹਿਬ ਜੀ ਨੇ ਇਹਦਾ ਭਲਾ ਕੀਤਾ ਤੇ ਸਤਿਗੁਰੂ ਜੀ ਨੇ ਵਿਸ਼ਰਾਮ ਕੀਤਾ ਆਪ ਸੁਖ ਦੇ ਨਾਲ। ਹਿੰਦਨ ਧਰਮ ਰਾਖ ਬੇਕਾਰਨ, ਹਿੰਦੂਆਂ ਦਾ ਧਰਮ ਰੱਖਣ ਦੇ ਵਾਸਤੇ ਭਏ ਪ੍ਰਤਿਵਰਤ ਕਰਨ ਕ੍ਰਿਤਦਾਰਨ, ਇਹ ਭਿਆਨਕ ਕਰਮ ਕਰਨ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਦ੍ਰਿੜਤਾ ਧਾਰਨ ਕੀਤੀ ਹੈ ਵੀ ਇਹ ਭਿਆਨਕ ਕਿਰਿਆ ਸੀਸ ਕੁਰਬਾਨ ਕਰਨਾ ਹੈ। ਆਪਨੋ ਨਾਮ ਸਾਚ ਦਿਖ ਰਾਮਨ, ਆਪਣੋ ਨਾਮ ਸਾਚ ਦਿਖ ਰਾਵਣ, ਆਪਣਾ ਨਾਮ ਸੱਚਾ ਵਿਖਾਉਣ ਵਾਸਤੇ ਕਰ ਬਹਾਦਰੀ ਧਰਮ ਪਛਾਵਨ, ਵੀ ਤੇਗਦੇ ਅਸੀਂ ਬਹਾਦਰ ਹਾਂ ਤੇ ਉਹ ਬਹਾਦਰੀ ਕਰਕੇ ਹਿੰਦੂਆਂ ਦਾ ਧਰਮ ਬਚਾਉਣਾ, ਇਸ ਨਾਮ ਨੂੰ ਸੱਚਾ ਕਰਨਾ ਹੈ। ਜੇ ਪ੍ਰਕਾਰ ਕਰ ਸਕੇ ਨ ਕੋਈ, ਜਿਸ ਤਰ੍ਹਾਂ ਦੀ ਕਰਨੀ ਹੋਰ ਕੋਈ ਨਹੀਂ ਕਰ ਸਕਦਾ। ਕਰਬੇ ਕਹੋ ਸਮਰੱਥ ਇਕ ਸੋਈ, ਐਸੀ ਕਰਨੀ ਕਰਨ ਦੇ ਸਮਰੱਥ ਇੱਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਠਾਣੀ ਹੈ ਵੀ ਇਹਨਾਂ ਦਾ ਧਰਮ ਬਚਾਉਣਾ, ਤੇ ਇਹਨਾਂ ਦਾ ਧਰਮ ਬਚਾਉਣ ਵਾਸਤੇ ਜਿਹੜੀ ਕਿਰਿਆ ਕੋਈ ਨਹੀਂ ਕਰ ਸਕਦਾ ਉਹ ਵੀ ਸਾਨੂੰ ਕਰਨੀ ਪੈਣੀ ਹੈ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦਿੱਲੀ ਦੇ ਵਿੱਚ ਨੇ। ਇਹ ਪ੍ਰਸੰਗ ਹੁਣ ਕਵੀ ਜੀ ਸਤਿਗੁਰੂ ਜੀ ਦੀ ਸ਼ਹੀਦੀ ਦਾ ਜਿਹੜਾ ਹੈ ਉਹ ਸੁਣਾਉਣਗੇ, ਔਰ ਇਸ ਪ੍ਰੇਤ ਦਾ ਸਤਿਗੁਰੂ ਜੀ ਨੇ ਉਧਾਰ ਕਰਨਾ ਕੀਤਾ। ਇਹ ਇਤਿਹਾਸ ਪੜ੍ਹਨ ਸੁਣਨ ਦਾ ਫਾਇਦਾ ਇਹੋ ਹੀ ਆ ਵੀ ਸਿੱਖਿਆ ਇਹਦੇ ਤੋਂ ਲਈ ਜਾਵੇ। ਆ ਜਿਹੜੇ ਝੂਠੀਆਂ ਸਹੁੰਆਂ ਖਾਂਦੇ ਫਿਰਦੇ ਨਾ ਨਿੱਕੀ ਨਿੱਕੀ ਗੱਲ 'ਤੇ ਵੀ ਮੈਂ ਕਿਤੇ ਝੂਠਾ ਨਾ ਪੈ ਜਾ, ਉਹ ਲੋਕਾਂ ਦੀ ਨਿਗਾਹ ਵਿੱਚ ਤੁਸੀਂ ਸੱਚੇ ਹੋ ਜਾਓਗੇ। ਝੂਠੀ ਸਹੁੰ ਖਾ ਕੇ ਪਰਮੇਸ਼ਰ ਦੀ ਨਿਗਾਹ 'ਤੇ ਝੂਠੇ ਹੋ ਗਏ ਨਾ, ਉਹਦੀ ਨਿਗਾਹ 'ਚ ਝੂਠੇ ਹੋ ਗਏ, ਤੇ ਫਿਰ ਇਹ ਝੂਠ ਦਾ ਤੁਹਾਨੂੰ ਜਦੋਂ ਡੰਨ ਮਿਲੇਗਾ ਫਿਰ ਚੀਕਾਂ ਬੜੀਆਂ ਨਿਕਲਣੀਆਂ ਜੀ। ਇਸ ਕਰਕੇ ਪੜ੍ਹਨ ਸੁਣਨ ਦਾ ਤਾਂ ਲਾਭ ਇਹੋ ਹੀ ਆ ਵੀ ਬੰਦਾ ਝੂਠ ਤੋਂ ਗਰੇਜ ਹੀ ਰੱਖੇ, ਬਚ ਕੇ ਹੀ ਰਵੇ ਜਿੰਨਾ ਬਚਿਆ ਜਾਂਦਾ ਹੈ, ਤੇ ਝੂਠੀ ਸਹੁੰ ਤੇ ਖਾਵੇ ਹੀ ਨਾ, ਨਹੀਂ ਤੇ ਫਿਰ ਇਹੋ ਜਿਹੀ ਹਾਲਤ ਹੁੰਦੀ ਹੈ। ਇਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਥੋਂ ਤੱਕ ਕਵੀ ਜੀ ਨੇ ਇਹ ਪ੍ਰਸੰਗ ਜਿਹੜਾ ਵਰਣਨ ਕੀਤਾ। ਗੁਰੂ ਸਾਹਿਬ ਜੀ ਦਾ ਜਸ ਵਡਿਆਈ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।